ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦਾ ਸਮਾਂ ਹੈ ਸਤਸੰਗ ਘੜੀਆਂ ਬਖਸ਼ੀਆਂ ਨੇ। ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਉੱਤਰਾਰਧ ਭਾਗ ਦੇ 59ਵੇਂ ਅਧਿਆਏ ਵਿੱਚ ਆਪਾਂ ਕੱਲ੍ਹ ਇਹ ਕਥਾ ਸਰਵਣ ਕੀਤੀ ਜੋ ਬਖਸ਼ਿਸ਼ਾਂ ਹਨ, ਜੋ ਕਿ ਅੱਡਣ ਸ਼ਾਹੀਏ। ਫੇਰ ਗੁਰਮੁਖੋ ਜਿਹੜੇ ਅੱਡਣ ਸ਼ਾਹੀ ਤੇ ਸੇਵਾ ਪੰਥੀ ਇਹ ਤਾਂ ਇੱਕੋ ਹੀ ਹਨ, ਕਿਉਂਕਿ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਸਤ ਕਰਤਾਰੀਏ ਕੌਣ ਨੇ ਉਹ ਗਿਆਨੀ ਜੀ ਨੇ ਦੱਸਿਆ। ਫਿਰ ਨਿਰੰਜਨੀਏ ਜੰਡਿਆਲੇ ਵਾਲੇ ਇਹ ਕਿਵੇਂ ਹੋਏ, ਇਹਨਾਂ ਦਾ ਮੁੱਢਲਾ ਹੀ ਇਤਿਹਾਸ ਆ ਜਿਹੜਾ ਉਹ ਗਿਆਨੀ ਜੀ ਦੇ ਰਹੇ ਆ। ਕਿਉਂਕਿ ਬਾਕੀ ਗੱਲਾਂ ਜਿਹੜੀਆਂ ਨੇ ਉਹ ਵਿੱਚ ਆ ਵੀ ਗਈਆਂ ਇਤਿਹਾਸ ਦੇ। ਹਰ ਭਗਤ ਨਿਰੰਜਨੀਏ ਦੀ ਗੱਲ ਤਾਂ ਕਾਫੀ ਹੱਦ ਤੱਕ ਆਈ ਹੈ। ਤੋ ਇਹ ਮੁੱਖ ਜਿਹੜੀ ਗੱਲ ਹੈ ਉਹ ਦੱਸ ਰਹੇ ਨੇ। ਆਓ ਹੁਣ ਅੱਗੇ ਜੋ ਇਤਿਹਾਸ ਹੈ ਵੱਖ-ਵੱਖ ਹੋਰ ਜਿਹੜੀਆਂ ਸੰਪਰਦਾਵਾਂ ਹਨ ਉਹਨਾਂ ਦੇ ਬਾਰੇ ਗਿਆਨੀ ਜੀ ਦੱਸ ਰਹੇ ਨੇ। ਪ੍ਰੇਮ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਥਾ ਗੁਲਾਬ ਦਾਸੀਓ ਕੀ। ਹੁਣ ਅੱਗੇ ਗੁਲਾਬ ਦਾਸੀਆਂ ਦੀ ਕਥਾ ਦੱਸਦੇ ਹਨ। ਸਵਈਆ ਛੰਦ ਜੈਸ ਗੁਲਾਬ ਦਾਸੀਏ ਥੀਏ। ਭਾਈ ਜਿਵੇਂ ਇਹ ਗੁਲਾਬ ਦਾਸੀਏ ਪੈਦਾ ਹੋਏ ਤੈਨ ਕੀ ਗਾਥ ਸੁਨੈ ਹੈ। ਕਹਿੰਦੇ ਉਹਨਾਂ ਦੀ ਹੁਣ ਕਥਾ ਜਿਹੜੀ ਹੈ ਉਹ ਸੁਣਾਉਂਦੇ ਹਾਂ। ਗਾਮ ਰਟੌਲ ਤਰਨ ਤਾਰਨ ਢਿੱਗ। ਇਹ ਪਿੰਡ ਰਟੌਲ ਤਰਨ ਤਾਰਨ ਸਾਹਿਬ ਦੇ ਕੋਲ ਜੱਟ ਰਟੌਲ ਬਸੈ ਹੈ। ਉੱਥੇ ਰਟੌਲ ਗੋਤ ਦੇ
ਜੱਟ ਜ਼ਿਮੀਂਦਾਰ ਬਸਦੇ ਨੇ। ਸੰਮਤ 1866 ਉਸ ਨਗਰ ਦੇ ਵਿੱਚ ਸੰਮਤ 1866 ਬਿਕਰਮੀ ਵਿੱਚ ਸੁਦੀ ਪੰਚਮੀ ਮੱਘਰ, ਜੋ ਭਾਈ ਮੱਘਰ ਸੁਦੀ ਪੰਚਮੀ ਨੂੰ ਮਾਤਾ ਦੇਸੋ ਬਾਪ ਹਮੀਰੇ ਕੇ, ਮਾਤਾ ਦੇਸੋ ਤੇ ਹਮੀਰਾ ਇਸ ਦਾ ਪੁੱਤਰ ਸੀ। ਘਰ ਭਇਓ ਉਜੱਗਰ, ਇਹ ਜਿਹੜਾ ਗੁਲਾਬ ਦਾਸ ਸੀ ਉਹਨਾਂ ਦੇ ਘਰ ਭਾਈ ਪ੍ਰਗਟ ਹੋਇਆ। ਇਹ ਜਾਣੋ 66 ਜਿਹੜਾ ਹੈ ਗੁਰਮੁਖ ਲਗਭਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋ ਸਮਾਉਣ ਤੋਂ ਕੁਝ ਕੁ ਮਹੀਨਿਆਂ ਬਾਅਦ, ਸਾਲ ਕੁ ਬਾਅਦ ਹੀ ਇਹਦਾ ਜਨਮ ਹੋਇਆ ਸੀ ਗੁਲਾਬ ਦਾਸ ਦਾ। ਇਹ ਉਸ ਸਮੇਂ ਦੀ ਗੱਲ ਹੈ। 1866 ਨਹੀਂ, ਇਹ ਤੇ ਗੁਰੂ ਮਹਾਰਾਜ ਦਾ ਜਿਹੜਾ ਜੋਤੀ ਜੋਤ ਹੈ 10ਵੇਂ ਪਾਤਸ਼ਾਹ ਦਾ, ਉਹ ਹੈਗਾ 1765 ਬਿਕਰਮੀ, ਮਾਫ ਕਰਨਾ। ਤੇ ਇਹ 66 ਹੈ, ਲਗਭਗ 101 ਸਾਲ ਬਾਅਦ। ਇਹ ਉਦੋਂ ਦੀ ਗੱਲ ਹੈ। ਇਹਨੇ ਕਿਵੇਂ ਇਸ ਤਰ੍ਹਾਂ ਆਪਣੀ ਗੱਦੀ ਜਿਹੜੀ ਹੈ ਸ਼ੁਰੂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ 101 ਸਾਲ ਬਾਅਦ 1866 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋਤੀ ਜੋਤ ਜਿਹੜਾ ਦਿਨ ਹੈ ਉਹ 1765 ਹੈ। ਬਿਕਰਮੀ ਸੰਮਤ ਦੀ ਇਹ ਗੱਲ ਕਰ ਰਹੇ ਹਾਂ। ਇਹਦੇ ਵਿੱਚੋਂ ਆਪਾਂ 57 ਘੱਟ ਕਰੀ ਚੱਲੋ ਤਾਂ ਫੇਰ ਈਸਵੀ ਸਨ ਦਾ ਪਤਾ ਲੱਗ ਜਾਂਦਾ ਹੈ। ਸੁਦੀ ਪੰਚਮੀ ਮੱਘਰ, ਭਾਵ ਮੱਘਰ ਸੁਦੀ ਪੰਚਮੀ 1866 ਬਿਕਰਮੀ ਸੰਮਤ ਨੂੰ ਮਾਤਾ ਦੇਸੋ ਬਾਪ ਹਮੀਰੇ ਕੇ ਘਰ ਭਇਓ ਉਜੱਗਰ। ਮਾਤਾ ਸੀ ਦੇਸੋ, ਪਿਤਾ ਦਾ ਨਾਮ ਸੀ ਹਮੀਰਾ। ਉਹਦੇ ਘਰ ਹੀ ਗੁਲਾਬ ਦਾਸ ਜਿਹੜਾ ਹੈ ਪੈਦਾ ਹੋਇਆ। ਵੱਡੇ ਹੋਏ ਕਿਛ ਕਰੀ ਨੌਕਰੀ, ਕੁਝ ਵੱਡਾ ਹੋਇਆ ਤੇ ਇਹਨੇ ਨੌਕਰੀ ਕੀਤੀ। ਪੋਹੂ ਵਿੰਡਿਓ ਕੇਰੀ, ਪੋਹੂ ਵਿੰਡ ਦੇ ਪਿੰਡ ਹੈ ਪੋਹੂ ਵਿੰਡ, ਅੰਮ੍ਰਿਤਸਰ ਸਾਹਿਬ ਦੇ, ਉਥੋਂ ਦੇ ਸਰਦਾਰਾਂ ਦੀ ਇਹਨੇ ਨੌਕਰੀ ਕੀਤੀ। ਬ੍ਰਹਮਦਾਸ ਸੰਗਤ ਸਾਹਿਬ ਕਾ, ਫਿਰ ਇਹਨੂੰ ਉਦਾਸੀ ਸਾਧੂ ਜਿਹੜੇ ਸੰਗਤ ਸਹਿਬੀਏ, ਉਹ ਆਪਾਂ ਕਥਾ ਸੁਣੀ ਹੈ ਪਿਛਲੇ ਦਿਨਾਂ 'ਚ। ਇਹ ਭਾਈ ਫੇਰੂ ਜੀ ਦੇ ਤੋਂ ਸੰਪਰਦਾ ਜਿਹੜੀ ਚੱਲੀ ਸੰਗਤ ਸਹਿਬੀਏ, ਉਹਨਾਂ ਨੂੰ ਕਿਹਾ ਜਾਂਦਾ ਸੀ। ਬ੍ਰਹਮਦਾਸ ਸੰਗਤ ਸਾਹਿਬ ਕਾ, ਉਹ ਸੰਗਤ ਸਹਿਬੀਆਂ ਦਾ, ਛੋਟੇ ਖਾੜੇ ਵਾਲਿਆਂ ਦਾ ਉਦਾਸੀ ਸਾਧੂ ਸੀ ਇੱਕ ਬ੍ਰਹਮਦਾਸ। ਉਹ ਜਿਹੜਾ ਸਾਧੂ ਸੀ, ਮਿਲਿਓ ਸੰਤ ਇੱਕ ਫੇਰੀ, ਇੱਕ ਵਾਰੀ ਉਹ ਬ੍ਰਹਮਦਾਸ ਸੰਤ ਇਹ ਗੁਲਾਬ ਦਾਸ ਨੂੰ ਮਿਲਿਆ। ਨਾਮ ਗੁਲਾਬ ਸਿੰਘ ਥਾ ਪਹਿਲੇ, ਇਹਦਾ ਨਾਮ ਪਹਿਲਾਂ ਮਾਤਾ ਪਿਤਾ ਨੇ ਗੁਲਾਬ ਸਿੰਘ ਰੱਖਿਆ ਹੋਇਆ ਸੀ। ਚੇਲਾ ਜਬ ਤੇ ਥੀਓ, ਇਹ ਫਿਰ ਬ੍ਰਹਮਦਾਸ ਦਾ ਚੇਲਾ ਬਣ ਗਿਆ। ਜਦੋਂ ਤੋਂ ਇਹ ਗੁਲਾਬ ਸਿੰਘ ਬ੍ਰਹਮਦਾਸ ਦਾ ਚੇਲਾ ਹੋਇਆ, ਫੇਰ ਗੁਲਾਬ ਦਾਸ ਪ੍ਰਗਟਾਇਓ, ਤਾਂ ਇਹ ਫਿਰ ਗੁਲਾਬ ਸਿੰਘ ਦੀ ਜਗ੍ਹਾ ਤੇ ਗੁਲਾਬ ਦਾਸ ਹੀ ਜਿਹੜਾ ਹੈ ਨਾਮ ਇਹਦਾ ਮਸ਼ਹੂਰ ਹੋਇਆ। ਤੇ ਗੁਲਾਬ ਦਾਸ ਹੀ ਇਹਨੇ ਕਹਾਉਣਾ ਸ਼ੁਰੂ ਕੀਤਾ ਹੈ। ਖਾਕੀ ਬਾਣਾ ਲੀਓ, ਤੇ ਇਹਨੇ ਜਿਹੜਾ ਬਾਣਾ ਪਹਿਨਿਆ ਉਹ ਮਿੱਟੀ ਰੰਗਾ, ਖਾਕ ਵਾਲਾ, ਭਾਵ ਖਾਕ ਮਿੱਟੀ ਨੂੰ ਕਹਿੰਦੇ ਆ, ਮਿੱਟੀ ਰੰਗਾ ਜਿਹੜਾ ਬਾਣਾ ਹੈ ਉਹ ਲੈ ਲਿਆ। ਦੇਸ ਮਾਲਵੇ ਨਗਰ ਧਨੌਲੇ, ਮਾਲਵਾ ਦੇਸ਼ ਹੈ ਤੇ ਧਨੌਲਾ ਨਗਰ, ਧਿਆਨ ਦਾਸ ਪੈ ਜਾਈ। ਇਹ ਫਿਰ ਘੁੰਮਦਾ ਫਿਰਦਾ ਇੱਥੇ ਇੱਕ ਸਾਧੂ ਧਿਆਨ ਦਾਸ ਸੀ। ਇਹ ਗੁਲਾਬ ਦਾਸ ਉਹਦੇ ਕੋਲ ਚਲਿਆ ਗਿਆ। ਕਾਬ ਕੋਸ਼ ਪੜ੍ਹ ਖਾਕ ਉਤਾਰੀ, ਇਹਨੇ ਇੱਥੇ ਗ੍ਰੰਥ ਪੜ੍ਹੇ ਮੁੱਖ ਰੂਪ ਦੇ ਵਿੱਚ ਕਾਬ ਕੋਸ਼, ਕਵਿਤਾਵਾਂ ਦਾ ਜਿਹੜਾ ਕਾਵ ਰਚਨਾ ਦਾ ਕੋਸ਼ ਸੀ
ਉਹ ਧਿਆਨਦਾਸ ਸਾਧੂ ਤੋਂ ਪੜਿਆ ਖਾਕ ਉਤਾਰੀ। ਤੇ ਜਿਹੜੀ ਸਵਾਹ ਜੀ ਸੀ ਪਹਿਲਾਂ ਮਲ ਮੁਲ ਲੈਂਦਾ ਸੀ ਉਹ ਲਾਹ ਦਿੱਤੀ। ਪਾਕ ਪੁਸ਼ਾਕ ਸਜਾਈ ਜਾਂ ਖਾਕ ਉਤਾਰੀ। ਹਾਂ, ਜਿਹੜਾ ਮਿੱਟੀ ਰੰਗਾ ਬਾਣਾ ਸੀ ਉਹ ਲਾਹਤਾ ਤੇ ਪਾਕ ਪੁਸ਼ਾਕ ਸਜਾਈ। ਪਵਿੱਤਰ ਜਿਹੜੀ ਹੈ ਪੁਸ਼ਾਕ ਉਹ ਪਹਿਨ ਲਈ। ਖਾਕੀ ਸ਼ਾਹ ਫਕੀਰ ਹੁਤੋ ਤਹਿ। ਫਿਰ ਇਉਂ ਇੱਥੇ ਇੱਕ ਖਾਕੀ ਸ਼ਾਹ ਫਕੀਰ ਹੁੰਦਾ ਸੀ। ਸੰਗੀ ਬੁੱਲੇ ਸ਼ਹਿ ਕੈ, ਜਿਹੜਾ ਬੁੱਲੇ ਸ਼ਾਹ ਦਾ ਸੰਗੀ ਸੀ। ਰਿੰਦ ਫਕੀਰ ਖੁਲਾਸੇ ਤਹਿ ਬਹੁ। ਰਿੰਦ ਕਹਿੰਦੇ ਨੇ ਤਿੱਖੀ ਬੁੱਧ ਵਾਲਾ, ਖੁਲਾਸਾ ਕਹਿੰਦੇ ਨੇ ਖੁੱਲੀਆਂ ਗੱਲਾਂ ਕਰਨ ਵਾਲਾ। ਇਹ ਜਿਹੜਾ ਖਾਕੀ ਸ਼ਾਹ ਫਕੀਰ ਸੀ ਨਾ, ਬੜੀ ਤਿੱਖੀ ਬੁੱਧ ਵਾਲਾ ਤੇ ਖੁੱਲੀਆਂ ਗੱਲਾਂ ਕਰਨ ਵਾਲਾ ਸੀ। ਰਹਿਤੇ ਚਰਚਾ ਗਹਿ ਕੈ, ਤੇ ਹਮੇਸ਼ਾ ਜਿੱਥੇ ਜਾਂਦਾ ਸੀ ਚਰਚਾ ਵਿਚਾਰ ਸਾਧੂਆਂ ਨਾਲ ਕਰਦਾ ਰਹਿੰਦਾ ਸੀ। ਸੰਗਤ ਕਰੈ ਗੁਲਾਬ ਦਾਸ ਭੀ। ਫਿਰ ਇਹ ਗੁਲਾਬ ਦਾਸ ਇਹਦੀ ਖਾਕੀ ਸ਼ਾਹ ਦੀ ਸੰਗਤ ਕਰਨ ਲੱਗ ਗਿਆ। ਤਿਨ ਕੀ ਨਿਤ ਤਹਿ ਜਾ ਕੇ, ਇਉਂ ਰੋਜ਼ ਜਾਂਦਾ ਹੈ ਉਸ ਕੋਲ, ਸੰਗਤ ਕਰਦਾ ਹੈ। ਭਇਓ ਖੁਲਾਸਾ ਰਿੰਦ ਇਹੋ ਭੀ। ਤਾਂ ਇਉਂ ਸੰਗਤ ਕਰਦਿਆਂ ਉਹੋ ਜਿਹਾ ਸੁਭਾਅ ਬਣਿਆ ਤੇ ਇਹ ਵੀ ਚੰਗਾ ਖੁੱਲੀਆਂ ਗੱਲਾਂ ਕਰਨ ਵਾਲਾ ਇਹ ਜਿਹੜਾ ਗੁਲਾਬ ਦਾਸ ਸੀ ਤਿੱਖੀ ਬੁੱਧੀ ਵਾਲਾ ਬਣ ਗਿਆ। ਤਜ ਹਿੰਦ ਤੁਰਕ ਸ਼ਰਾ ਕੇ, ਜਿਹੜੇ ਭਾਈ ਹਿੰਦੂਆਂ ਜਾਂ ਤੁਰਕਾਂ ਦੀ ਸ਼ਰ੍ਹਾ ਦੇ ਚਿੰਨ੍ਹ ਨੇ ਉਹ ਸਾਰੇ ਧਾਰਮਿਕ ਚਿੰਨ੍ਹ ਇਹਨੇ ਸਭ ਕੁਝ ਸ਼ਰ੍ਹਾ ਜਿਹੜੀ ਹੈ ਛੱਡ ਦਿੱਤੀ। ਜੋ ਭਾਈ ਰਹਿਤ ਮਰਜ਼ਾਦਾ ਪਾਬੰਦੀ ਰੂਪ ਹੈ ਉਹ ਸਾਰੀ ਛੱਡ ਦਿੱਤੀ। ਚੰਚਲ ਚਿੱਤ ਚਤੁਰ ਥਾ ਚੋਖਾ। ਇਹ ਗੁਲਾਬ ਦਾਸ ਜਿਹੜਾ ਸੀ ਬੜਾ ਵਿਦਵਾਨ ਬਣ ਗਿਆ ਤੇ ਗੱਲਬਾਤ ਬਹੁਤ ਆਉਣ ਲੱਗ ਗਈ। ਇੰਨਾ ਵਿਦਵਾਨ ਬਣਿਆ ਕਿ ਜਿਹੜਾ ਕਿ ਆਉਂਦਾ ਸੀ ਇੰਨੇ ਗਿਆਨ ਦੀਆਂ ਗੱਲਾਂ ਕਰਨੀਆਂ ਉਹਨੂੰ ਬੰਨ੍ਹ ਲੈਂਦਾ ਹੁੰਦਾ ਸੀ। ਚੰਚਲ ਚਿੱਤ ਚਤੁਰ ਥਾ ਚੋਖਾ। ਗਿਆਨੀ ਜੀ ਕਹਿੰਦੇ ਪਰ ਇਹਦਾ ਜਿਹੜਾ ਚਿੱਤ ਸੀ ਉਹ ਚੰਚਲ ਸੀ, ਟਿਕਿਆ ਹੋਇਆ ਨਹੀਂ ਸੀ, ਵਾਹਿਗੁਰੂ ਸਿਮਰਨ ਜਾਂ ਰੱਬ ਦੇ ਵਿੱਚ ਨਹੀਂ ਸੀ ਟਿਕਿਆ। ਚਤੁਰ ਥਾ ਚੋਖਾ, ਤੇ ਚਲਾਕ ਵੀ ਇਹ ਬਹੁਤ ਸੀ। ਸੁੰਦਰ ਰੂਪ ਜਵਾਨੈ, ਰੂਪ ਵੀ ਬਹੁਤ ਸੋਹਣਾ ਸੁੰਦਰ ਸੀ ਤੇ ਜਵਾਨ ਅਵਸਥਾ ਸੀ। ਸ਼ੀਰੀ ਸੁਖਨ ਪ੍ਰਕਾਰੀ ਭਾਰੀ। ਫਿਰ ਗੁਰਮੁਖੋ ਸ਼ੀਰੀ ਸੁਖਨ ਪ੍ਰਕਾਰੀ। ਸ਼ੀਰੀ ਭਾਵ ਮਿੱਠੇ ਬਚਨ, ਸ਼ੀਰਾ ਕਹਿੰਦੇ ਜਿਵੇਂ ਆਪਾਂ ਗੁੜ ਤੋਂ ਪੈਦਾ ਸ਼ੀਰਾ, ਮਿੱਠੇ ਸ਼ੀਰੀ ਸੁਖਨ, ਮਿੱਠੇ ਬਚਨ ਬੋਲਣ ਵਾਲਾ, ਪ੍ਰਕਾਰੀ ਭਾਰੀ ਤੇ ਬਹੁਤ ਤਰ੍ਹਾਂ ਦਾ ਪ੍ਰਕਾਰੀ ਸੀ, ਬਹੁਤ ਤਰ੍ਹਾਂ ਦਾ ਢੰਗੀ ਸੀ। ਮੋਹਿਤ ਬਾਕ ਬਖਾਨੈ, ਇਹੋ ਜਿਹੇ ਬਚਨ ਕਰਦਾ ਸੀ ਸੁਣਨ ਵਾਲੇ ਨੂੰ ਮੋਹਿਤ ਕਰ ਲੈਂਦਾ ਸੀ। ਦੇਵਾ ਸਿੰਘ ਕੁਰਖੇਤਰ ਵਾਰੇ। ਫਿਰ ਇਹ ਕੁਰਸ਼ੇਤਰ ਚਲਿਆ ਗਿਆ ਤੇ ਉੱਥੇ ਇੱਕ ਸਾਧੂ ਦੇਵਾ ਸਿੰਘ ਰਹਿੰਦਾ ਸੀ ਕੁਰੂਕਸ਼ੇਤਰ ਦੇ ਵਿੱਚ। ਉਸ ਤੋਂ ਤੈ ਵਿਦਾਂਤ ਕਿਛ ਪੜ੍ਹਿਓ। ਉਹ ਦੇਵਾ ਸਿੰਘ ਕੁਰਖੇਤਰ ਵਾਲੇ ਤੋਂ ਫਿਰ ਇਹਨੇ ਵਿਦਾਂਤ ਪੜ੍ਹਿਆ। ਵਿਦਾਂਤ ਗੁਰਮੁਖੋ ਇੱਕ ਜਿਵੇਂ ਸਿਧਾਂਤਕ ਪੱਖ ਹੈ ਵਿਦਾਂਤ ਦਾ, ਤੇ ਉਹ ਵਿਦਾਂਤ ਵਿੱਚ ਹੀ ਫਿਰ ਉਹ ਜਿਹੜਾ ਹੈ ਤਰੀਬ ਭਾਵ ਦੀਆਂ ਗੱਲਾਂ ਆਉਂਦੀਆਂ ਨੇ। ਵਿਦਵਾਨ ਅੱਗੇ ਪੜ੍ਹਦੇ ਹੁੰਦੇ ਸੀ, ਅੱਜ ਕੱਲ ਨਹੀਂ ਪੜ੍ਹਦੇ। ਸਾਰੀ ਗੱਲ ਜਿਹੜੀ ਹੈ ਸਰੀਰਾਂ ਦੇ ਭੇਦ ਕੀ, ਹੋਰ ਉਹ ਕਿਸ ਤਰ੍ਹਾਂ ਹੈ, ਇਹ ਸਾਰੀ ਵਿਦਾਂਤਕ ਭਾਵ ਹੈ। ਤੇ ਥੋੜਾ ਜਿਵੇਂ ਹੁਣ ਆਪਾਂ ਗਿਆਨੀ ਜੀ ਨੇ ਬਹੁਤ ਵਿਦਾਂਤ ਦਾ ਭਾਵ ਦਿੱਤਾ ਹੈ। ਜਦੋਂ ਜਿਉਂ ਆਪਾਂ ਸੁਣਦੇ ਹਾਂ ਨਾ ਜਿੱਥੇ ਸਰੀਰਾਂ ਦੇ ਭੇਦ ਨੇ, ਕਿ ਜਿਵੇਂ ਆਹ ਸਥੂਲ ਸਰੀਰ ਹੈ, ਫਿਰ ਗੁਰਮੁਖੋ ਕਾਰਨ ਸਰੀਰ ਆਪਣਾ ਸੂਖਮ ਸਰੀਰ ਆ ਜਾਂਦਾ, ਫਿਰ ਕਾਰਨ ਆ ਜਾਂਦਾ ਹੈ ਜਿਹੜਾ ਆਤਮਾ ਉਸ ਤੋਂ ਸੰਗ ਹੈ, ਜਾਂ ਪੰਜ ਕੋਸ਼ ਆ ਜਾਂਦੇ ਨੇ, ਜਿਹੜਾ ਜਿਵੇਂ ਅੰਨਮਈ ਕੋਸ਼, ਪ੍ਰਾਣਮਈ ਕੋਸ਼, ਇਸ ਤਰ੍ਹਾਂ ਇਹ ਪੰਜ ਨੇ। ਇਹ ਸਾਰਾ ਕੋਈ ਵਿਦਾਂਤ ਦੇ ਭਾਵ ਨੇ। ਵਿਦਾਂਤ ਵਿੱਚ ਗੱਲਾਂ ਦੱਸੀਆਂ ਜਾਂਦੀਆਂ। ਕਰਮ ਸਿਧਾਂਤ, ਜਿਵੇਂ ਕਿ ਕਰਮ ਕੀ ਹੈ, ਤਿੰਨ ਤਰ੍ਹਾਂ ਦੇ ਨੇ, ਜੋ ਕਿਰੇਮਾਨ ਹੈ, ਸੰਚਿਤ ਹੈ, ਕਿਰੇਮਾਨ ਹੈ, ਪਰਾਲਬਧ ਹੈ। ਇਹ ਸਾਰੀਆਂ ਕਿਵੇਂ ਕਿਵੇਂ ਇਹ ਕਰਮ ਕਰਦੇ ਹੈ,
ਤੇ ਕਿੱਥੇ ਜਮ੍ਹਾਂ ਹੁੰਦੇ ਨੇ। ਇਹ ਵਿਦਾਂਤ ਦਾ ਭਾਵ ਹੀ ਫਿਰ ਹੈ। ਗੁਰਬਾਣੀ ਦੇ ਵਿੱਚ ਇਹਨੂੰ ਗੁਰਮਤਿ ਦੇ ਵਿੱਚ ਬੜੇ ਸੌਖੇ ਰੂਪ ਵਿੱਚ ਸਮਝਾਇਆ। ਤੇ ਬਹੁਤ ਨੇ ਚੰਗੇ ਚੰਗੇ ਵਿਦਾਂਤ ਪੜ੍ਹੇ ਹੋਏ ਸਾਧੂ। ਵੈਸੇ ਇਹ ਪੜ੍ਹਨਾ ਹੈ, ਜ਼ਰੂਰੀ ਹੈ, ਫਿਰ ਸਮਝ ਆ ਜਾਂਦੀ ਹੈ। ਮਾੜੀ ਗੱਲ ਨਹੀਂ ਹੈ ਕੋਈ ਪੜ੍ਹ ਲਓ। ਅੱਜ ਕੱਲ੍ਹ ਤਾਂ ਸਿੱਧੇ ਉਹਦਾ ਕੋਈ ਗੁਰਬਾਣੀ ਪੜ੍ਹਨ ਨੂੰ ਤਿਆਰ ਨਹੀਂ ਹੈ। ਥੋੜਾ ਜਿਹਾ ਕਿਸੇ ਨੂੰ ਆ ਜੇ ਪਾਸੋਂ ਮਾੜਾ ਪ੍ਰਮਾਣ ਦੇਣੇ, 4 ਸਿੱਖ ਲਏ, ਕਹਿੰਦੇ ਹੁਣ ਅਸੀਂ ਕਥਾਵਾਚਕ ਬਣ ਗਏ। ਇੱਕ ਆ ਜਦੋਂ ਕਦਾ ਰਿਵਾਜ ਚੱਲਿਆ ਮਿਸ਼ਨਰੀ ਕਾਲਜਾਂ ਦਾ, ਉਹ 2.5 ਸਾਲ ਦਾ ਕੋਰਸ ਕਰਾਉਂਦੇ ਆ, ਉਹ ਫਿਰ ਸਰਟੀਫਿਕੇਟ ਦੇ ਦਿੰਦੇ ਆ ਇਹ ਹੁਣ ਕੋਰਸ ਤੇਰਾ ਪੂਰਾ ਹੋ ਗਿਆ। ਉਹਦੇ ਆਧਾਰ ਤੇ ਹੀ ਫਿਰ ਉਹ ਆਪਦੇ ਆਪ ਨੂੰ ਸਮਝਣ ਲੱਗ ਜਾਂਦੇ ਆ, ਲਓ ਜੀ ਆਪਾਂ ਬਣ ਗਏ ਕਥਾਵਾਚਕ। ਤੇ ਗੁਰਬਾਣੀ ਦਾ ਜਿਹੜਾ ਭਾਵ ਹੈ, ਇਹ ਅੱਗੇ ਪੁਰਾਤਨ ਜਿੰਨੇ ਗ੍ਰੰਥ ਸੀ, ਭਾਵ ਸਿਮਰਤ, ਸਾਰ ਕੁਤਾਵਲੀ, ਹੋਰ ਸਾਰੇ ਪੜ੍ਹਾਏ ਜਾਂਦੇ ਸਨ। ਭਾਵੇਂ ਛੋਟੇ ਛੋਟੇ ਵਿਦਾਂਤ ਦੇ ਹੀ ਗ੍ਰੰਥ ਨੇ, ਤੇ ਹੋਰ ਵੀ ਜਿਹੜੇ ਹੁੰਦੇ ਸੀ ਅਧਿਆਤਮ ਰਮਾਇਣ, ਅਧਿਆਤਮ ਪ੍ਰਕਾਸ਼, ਸਾਰੇ। ਕਿਉਂਕਿ ਜਿਵੇਂ ਹੁਣ ਵੇਦ ਹੈ, ਜਿਹੜੇ ਵੇਦ ਨੇ ਉਹਨਾਂ ਵਿੱਚ ਉਪਦੇਸ਼ ਬਹੁਤ ਡੂੰਘਾ ਹੈ, ਪਰ ਜੇ ਗੁਰਮੁਖੋ ਵੇਦਾਂ ਨੂੰ ਸਮਝਣਾ ਹੈ ਤਾਂ ਘੱਟੋ ਘੱਟ ਆਲੇ ਦੁਆਲੇ ਦੇ ਪਹਿਲਾਂ 100 ਗ੍ਰੰਥ ਹੋਰ ਪੜ੍ਹਨਾ ਪਊ, ਫੇਰ ਉਹਨਾਂ ਦੀ ਸਮਝ ਆਉਂਦੀ ਹੈ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਇਹ ਤਾਂ ਸਾਰਿਆਂ ਨਾਲੋਂ ਸ੍ਰੇਸ਼ਟ ਉੱਪਰ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਮਝਣ ਵਾਸਤੇ ਪਹਿਲਾਂ ਜਿਹੜੇ ਮੂਹਰਲੇ ਮੁੱਢਲੀਆਂ ਇਸ ਤਰ੍ਹਾਂ ਦੇ ਸਿਧਾਂਤਕ ਪੱਖ ਇਹ ਵੀ ਸਾਨੂੰ ਸਮਝਣੇ ਪੈਣੇ ਆ। ਤੇ ਫਿਰ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਫਿਰ ਇਤਿਹਾਸਕ, ਤੇ ਜਿਉਂ-ਜਿਉਂ ਆਪਾਂ ਇਹ ਸਾਰਾ ਕੁਝ ਸਮਝ ਲਾਂਗੇ ਫਿਰ ਗੁਰੂ ਮਹਾਰਾਜ ਦੀ ਬਾਣੀ ਫਿਰ ਪੱਲੇ ਪੈਣੀ ਸ਼ੁਰੂ ਹੁੰਦੀ ਹੈ ਕੁਛ। ਇਹ ਖਜ਼ਾਨਾ ਤਾਂ ਬਹੁਤ ਕੀਮਤੀ ਹੈ, ਜਿਹੜਾ ਇਹਦਾ ਤਾਂ ਕੋਈ ਮੁੱਲ ਹੀ ਨਹੀਂ ਹੈ ਖਜ਼ਾਨੇ ਦਾ। ਇਸ ਕਰਕੇ ਹੁਣ ਕਈ ਵਾਰ ਇਹ ਆ ਵੀ ਉਹ ਸਿੱਧਾ ਹੀ ਹੋ ਜਾਂਦੇ, ਉਹ ਕਹਿੰਦੇ ਬਾਕੀ ਸਭ ਕੁਝ ਛੱਡਿਆ, ਅਸੀਂ ਸਿੱਧੇ ਬ੍ਰਹਮ ਗਿਆਨੀ ਆ। ਸਾਨੂੰ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੇ, ਕੁਝ ਅਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ। ਉਹ ਗੱਲ ਅਸਲ ਵਿੱਚ ਇਹ ਹੈ ਵੀ ਟਾਈਮ ਹੀ ਨਹੀਂ ਲਾ ਕੇ ਰਾਜੀ ਕੋਈ। ਹੁਣ 2-2.5 ਸਾਲ 'ਚ ਤਾਂ ਕੁਛ ਨਹੀਂ ਪੱਲੇ ਪੈਂਦਾ, 2-2.5-3 ਸਾਲ ਤਾਂ ਸੰਥਿਆ 'ਚ ਹੀ ਲੰਘ ਜਾਂਦੇ ਆ। ਤੇ ਪਰ ਉਹ ਫਿਰ ਕਿਉਂਕਿ ਜੇ ਤਾਂ ਟਾਈਮ ਘੱਟੋ ਘੱਟ ਜ਼ਿੰਦਗੀ ਦੇ 10-15 ਸਾਲ ਤਾਂ ਇਸ ਪਾਸੇ ਲੱਗਦੇ ਆ, ਫੇਰ ਜਾ ਕੇ ਕਿਤੇ ਉਹ ਹੁੰਦਾ। ਤੇ ਜਿਹੜੇ ਪੁਰਾਤਨ ਕਥਾਵਾਚਕ, ਉਹਨਾਂ ਨੂੰ ਕੋਈ ਕਥਾਵਾਚਕ ਬਣਾਉਂਦਾ ਥੋੜੇ ਸਹਿਜੇ ਸੇਵਾ ਕਰੀ ਜਾਂਦੇ, ਗ੍ਰੰਥ ਪੜ੍ਹਦੇ ਤੇ ਹੋਰ ਜਿਹੜਾ ਸੀ ਸਰਵਣ ਕਰਦੇ, ਸੰਗਤ ਕਰਦੇ ਹੀ ਕਥਾਵਾਚਕ ਬਣ ਜਾਂਦੇ। ਹੁਣ ਉਹ ਮਿੱਥ ਕੇ ਬਣਦੇ ਆ ਵੀ ਐਂ ਆ ਜੀ, ਆਹ ਵਿਸ਼ੇ ਤੇ ਬੋਲਣਾ ਤਾਂ ਆਹ ਪ੍ਰਮਾਣ ਦੇਣੇ, ਇਸ ਵਿਸ਼ੇ ਤੇ ਬੋਲਣਾ ਆਹ ਪ੍ਰਮਾਣ ਦੇਣੇ ਆ। ਉਹ ਪ੍ਰਮਾਣ ਸਿੱਖ ਲੈਂਦੇ ਆ। ਮੈਂ ਪੁੱਛਿਆ ਵੇਖ ਨੂੰ ਇਹ ਕਿਵੇਂ ਕਰਦੇ ਹੋ, ਕਹਿੰਦੇ ਪ੍ਰਮਾਣ ਸਿਖਾ ਦਿੰਦੇ ਨੇ ਸਾਨੂੰ ਵੀ ਜੇ ਇਸ ਵਿਸ਼ੇ ਵਸਤੂ ਤੇ ਬੋਲਣਾ ਤਾਂ ਇੰਨੇ ਕੁ ਪ੍ਰਮਾਣ ਆ ਯਾਦ ਕਰ ਲਓ, ਇਹਦੇ ਤੇ ਬੋਲਣਾ ਇਸ ਵਿਸ਼ੇ ਤੇ ਤਾਂ ਇਸ ਤਰ੍ਹਾਂ ਦੇ। ਉਹ ਫਿਰ ਇਉਂ ਹੋ ਜਾਂਦਾ ਜਿਵੇਂ ਸਕੂਲ ਦੇ ਵਿੱਚ ਟੀਚਰ ਲੈਕਚਰ ਦੇਣ ਆਉਂਦਾ ਹੈ, ਉਹਨਾਂ ਦੇਖਣਾ ਵੀ 40-45 ਮਿੰਟ ਦਾ ਲੈਕਚਰ ਹੈ, ਪ੍ਰੋਫੈਸਰ ਉਹਨੂੰ ਆਪਦਾ ਤਿਆਰੀ ਕਰਕੇ ਆਉਂਦਾ, ਉਹ 40 ਮਿੰਟ ਬੱਚਿਆਂ ਨੂੰ ਪ੍ਰੋਫੈਸਰ ਉਹਨਾਂ ਲੈਕਚਰ ਦੇ ਕੇ ਚਲਿਆ ਜਾਂਦਾ। ਤੇ ਇਸ ਤਰ੍ਹਾਂ ਇਹ ਫਿਰ ਕਥਾ ਨਹੀਂ ਹੁੰਦੀ ਹੈ, ਲੈਕਚਰ ਹੋ ਰਿਹਾ ਹੈ। 40-45 ਮਿੰਟ ਦਾ, ਘੰਟੇ ਦਾ ਤਿਆਰੀ ਕਰਕੇ ਆਉਂਦੇ ਆ। ਤੇ ਕਈ ਵਾਰ ਐਸਾ ਹੁੰਦਾ ਜੇ ਕੋ ਉੱਥੇ ਮੌਕੇ ਤੇ ਕਹਿ ਦੇਵੇ ਐਨ ਸਮਾਪਤੀ, ਤੇ ਉਧਰੋਂ ਸਮਾਪਤੀ ਹੋਣ ਵਾਲੀ ਨਾ 5 ਮਿੰਟ ਪਹਿਲਾਂ ਜਾ ਕੇ ਯਾਨੀ ਜੀ ਅੱਧਾ ਘੰਟਾ ਹੋਰ ਲਾ ਦਿਓ, ਉੱਥੇ ਹੀ ਖਿੰਡ ਜਾਂਦਾ ਕੰਮ ਵੀ ਹੁਣ ਕਿਵੇਂ ਕਰੀਏ, ਤਾਂ ਜਿੰਨੀ ਤਿਆਰੀ ਕੀਤੀ ਸੀ ਉਹਨੇ ਤਾਂ ਅਸੀਂ ਭਾਂਡੇ ਟਿੰਡੇ ਖਿਲਾਰਤੇ, ਹੁਣ ਗਾਹਾਂ ਕੀ ਹੋਊ। ਇਸ ਕਰਕੇ ਜਿਹੜੀ ਹੈ ਨਾ ਇਹ ਗੁਰੂ ਮਹਾਰਾਜ ਦੀ ਬਾਣੀ ਤੇ ਜਿਹੜੇ ਬਾਕੀ ਗ੍ਰੰਥ ਆ ਉਹ ਐਵੇਂ ਨਹੀਂ, ਉਹ ਵੀ ਗੁਰਮੁਖਾਂ ਪੁਰਸ਼ਾਂ ਦੇ ਰਚੇ ਹੋਏ ਆ, ਤੇ ਉਹਨਾਂ ਨੂੰ ਪੜ੍ਹ ਕੇ ਫਿਰ ਆਪਾਂ ਨੂੰ ਗੁਰੂ ਮਹਾਰਾਜ ਦਾ ਉਪਦੇਸ਼ ਵੀ ਗੁਰਬਾਣੀ ਨਾਲ ਪੜ੍ਹਦੇ ਸਮਝ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਐਵੇਂ ਉਹਨਾਂ ਦੀ ਨਿੰਦਿਆ ਕਰੀ ਜਾਣੀ ਬਾਕੀ ਗ੍ਰੰਥਾਂ ਦੀ, ਉਹ ਤਾਂ ਫਿਰ ਇਉਂ ਐ ਵੀ ਹੱਥ ਤਾਂ ਉੱਪੜਿਆ ਨਹੀਂ ਤੇ ਉਹ ਐਂ ਕਹਿਤਾ ਵੀ ਅੰਗੂਰ ਖੱਟੇ ਐ, ਉਹ ਗੱਲ ਹੋ ਗਈ ਕਿ ਪੜ੍ਹੇ ਆਪ ਤੋਂ ਨਹੀਂ ਗਏ ਤੇ ਪ੍ਰਚਾਰ ਇਹ ਕਰਤਾ ਜੀ ਇਹ ਤਾਂ ਐਵੇਂ ਬਾਹਮਣਵਾਦੀ ਗ੍ਰੰਥ ਨੇ, ਅਸੀਂ ਨਹੀਂ ਇਹਨਾਂ ਨੂੰ ਹੋਰ ਮੰਨਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ। ਅਸਲ ਕਹਾਣੀ ਇਹ ਹੈ ਕਿ ਨਾ ਪੜ੍ਹ ਹੋਏ ਹੈ, ਨਾ ਉਹ ਗੱਲ ਪੱਲੇ ਪਈ ਹੈ। ਰਹੋ ਵਿਚਾਰ, ਗੁਰੂ ਸਾਹਿਬ ਕਿਰਪਾ ਕਰੇ। ਇਹ ਗੱਲ ਚੱਲੀ ਸੀ ਗੁਲਾਬ ਦਾਸ ਦੀ।
ਤੋ ਗੁਲਾਬਦਾਸ ਜਿਹੜਾ ਸੀ ਉਹ ਵੱਖ-ਵੱਖ ਸਾਧੂਆਂ ਕੋਲੇ ਵਿਦਵਾਨਾਂ ਕੋਲੇ ਹੁੰਦਾ ਫਿਰ ਇਹ ਦੇਵਾ ਸਿੰਘ ਕੁਰਖੇਤਰ ਵਾਲੇ ਕੋਲੇ ਪਹੁੰਚਿਆ। ਦੇਵਾ ਸਿੰਘ ਕੁਰਖੇਤਰ ਬਾਰੇ ਤੈ ਵਿਦਾਂਤ ਕਿਛ ਪੜ੍ਹੇ, ਉਹਦੇ ਕੋਲੋਂ ਫਿਰ ਇਹਨੇ ਵਿਦਾਂਤ ਕੁਝ ਪੜ੍ਹਿਆ। ਹਰੀਦਾਸ ਗਿਰਧਰ ਕੀ ਸੰਗਤ, ਫਿਰ ਇੱਕ ਹਰੀਦਾਸ ਗਿਰਧਰ ਸਾਧੂ ਹੋਇਆ, ਉਹਦੀ ਸੰਗਤ ਕੀਤੀ। ਕਰੀ ਸਾਨ ਫਿਰ ਚੜਿਓ, ਉਹ ਸੰਗਤ ਉਹਦੀ ਕੀਤੀ ਤੇ ਹੋਰ ਇਹਦੇ ਕੋਲੇ ਵਿਦਵਤਾ ਆ ਗਈ, ਬੁੱਧੀ ਚੰਗੀ ਤਿੱਖੀ ਹੋ ਗਈ। ਸੈਰ ਵਿਦੇਸ਼ਨ ਕਾ ਕਿਛ ਕੀਆ, ਫਿਰ ਹੋਰ ਇੱਧਰ ਉੱਧਰ ਫਿਰ ਤੁਰ ਕੇ ਨੇ ਦੇਸ਼ ਵਿੱਚ ਜਗ੍ਹਾ ਤੇ ਸੈਰ ਕੀਤਾ। ਨਿਕਟ ਦੁਆਰਕਾ ਜਾਈ, ਤੇ ਉਹ ਫਿਰਦਾ ਗੁਲਾਬਦਾਸ ਦੁਆਰਕਾ ਦੇ ਨੇੜੇ ਚਲਿਆ ਗਿਆ। ਮਸ਼ਕਾ ਮੰਡੀ ਮਾਹੇ ਥਰਾਇਓ, ਉੱਥੇ ਮਸ਼ਕਾ ਮੰਡੀ ਨਾਂ ਦਾ ਕਸਬਾ ਸ਼ਹਿਰ ਸੀ, ਉਸ ਵਿੱਚ ਇਹ ਜਾ ਟਿਕਿਆ। ਅਰੰਡੀ ਏਕ ਤਹਾਈ, ਉੱਥੇ ਮਸ਼ਕਾ ਮੰਡੀ ਦੇ ਵਿੱਚ ਇੱਕ ਬੇਸ਼ਵਾ ਰਹਿੰਦੀ ਸੀ। ਨੂਰ ਸ਼ਹੂਰ ਰੂਪ ਪਿਖ ਜਵਾਨੀ, ਇਹਦੇ ਹੁਣ ਗੁਲਾਬਦਾਸ ਦੇ ਚਿਹਰੇ ਦਾ ਨੂਰ ਚਮਕ, ਇਹਦੀ ਅਕਲ, ਕਿਉਂਕਿ ਵਿਦਵਾਨ ਚੰਗਾ ਬਣ ਗਿਆ ਸੀ, ਬੋਲਣ ਦਾ ਢੰਗ ਸੀ ਸਾਰਾ, ਤੇ ਜਵਾਨੀ ਅਕਲ ਸਮਝ, ਇਹ ਸਭ ਕੁਝ ਵੇਖ ਕੇ ਆਸ਼ਿਕ ਇਸ ਪਰ ਥਾਈ, ਇਸ ਗੁਲਾਬਦਾਸ ਦੇ ਉੱਤੇ ਬੇਸ਼ਵਾ ਜਿਹੜੀ ਸੀ ਮੋਹਿਤ ਹੋ ਗਈ। ਦੌਲਤ ਹੁਤੀ ਤਾਹੇ ਢਿੱਗ ਭਾਰੀ, ਉਹਦੇ ਕੋਲੇ ਪੈਸਾ ਬਹੁਤ ਸੀ। ਗਿਆਨੀ ਜੀ ਕਹਿੰਦੇ ਮਾਇਆ ਉਹਦੇ ਕੋਲੇ ਬਹੁਤ ਸੀ। ਆਇਓ ਸੰਗ ਲਵਾਈ, ਤੇ ਇਹ ਉਹਨੂੰ ਉੱਥੋਂ ਫਿਰ ਸਮੇਤ ਪੈਸੇ ਉਹ ਬੇਸ਼ਵਾ ਨੂੰ ਨਾਲ ਲਿਆਇਆ, ਆਪਣੇ ਭਾਵ ਸੰਗੀ ਲੈ ਆਇਆ। ਮਗ ਮੈਂ ਮੁਈ ਬਿਮਾਰ ਹੋਏ ਵਹਿ, ਤੇ ਉਹ ਫਿਰ ਹੌਲੀ ਹੌਲੀ ਕਿਤੇ ਨਾ ਕਿਤੇ ਨਾਲ ਰੱਖੀ, ਸਾਹਿਬ ਦਾ ਪ੍ਰਚਾਰ ਕਰਦਾ, ਲੋਹਾ ਮਨਵਾਉਂਦਾ ਕਿਤੇ ਕਿਸੇ। ਉਹ ਰਾਸਤੇ ਵਿੱਚ ਉਹ ਬਿਮਾਰ ਹੋ ਕੇ ਮਰ ਗਈ। ਮਗ ਮੈਂ ਮੁਈ ਬਿਮਾਰ ਹੋਏ ਵਹਿ, ਉਹ ਵੇਸ਼ਿਆ ਜਿਹੜੀ ਸੀ ਰਸਤੇ ਵਿੱਚ ਬਿਮਾਰ ਹੋ ਕੇ ਮੌਤ ਹੋ ਗਈ। ਧਨ ਇਸ ਪਾਸ ਰਹਾਇਓ, ਜਿਹੜੇ ਪੈਸਾ ਧਨ ਸੀ ਉਹ ਗੁਲਾਬਦਾਸ ਦੇ ਕੋਲ ਰਹਿ ਗਿਆ। ਜੁਗਤ ਅਕਲ ਸਹਿ ਲਿਆਏ ਇਮਾਨਤ, ਇਹਨੇ ਜੁਗਤੀ ਨਾਲ ਅਕਲ ਨਾਲ ਉਹ ਇਮਾਨਤ ਲੈ ਆਂਦੀ। ਸ਼ਹਿਰ ਕਸੂਰ ਰਖਾਇਓ, ਤੇ ਕਸੂਰ ਸ਼ਹਿਰ ਦੇ ਵਿੱਚ ਇਹਨੇ ਇੱਕ ਜਗ੍ਹਾ ਲਿਆ ਰੱਖੀ। ਤਬ ਲਾਹੌਰ ਕੀ ਗੌਰ ਤੌਰ ਪਰ, ਉਦੋਂ ਭਾਈ ਲਾਹੌਰ ਦੇ ਵੱਲ ਸ਼ੁਭ ਚੰਗੇ ਢੰਗ ਦੇ ਨਾਲ ਕਾਇਮ ਥੀ ਪਤਸ਼ਾਹੀ, ਚੰਗੀ ਪਾਤਸ਼ਾਹੀ ਉਦੋਂ ਸਿੰਘਾਂ ਦੀ ਕਾਇਮ ਸੀ। ਸਿੰਘਨ ਕੀ ਫੌਜਨ ਮੈਂ ਸੇਵਾ, ਉਹਨਾਂ ਸਮਿਆਂ ਦੇ ਵਿੱਚ ਇਹ ਹੁੰਦਾ ਸੀ, ਸਿੰਘਾਂ ਦੀ ਫੌਜ ਦੇ ਵਿੱਚ ਇਹ ਚੱਲਦਾ ਹੁੰਦਾ ਸੀ। ਸਾਧੂ ਸੰਤ ਵਿਦਵਾਨਾਂ ਨੂੰ ਸੱਦ ਕੇ ਨਾ ਕਥਾ ਵਗੈਰਾ ਕਰਾਉਂਦੇ ਰਹਿੰਦੇ ਹੁੰਦੇ ਸਨ। ਤੇ ਉਦੋਂ ਇਹ ਭਾਈ ਸੇਵਾ ਇਤਿਆਦਿਕ ਸਤਸੰਗ ਹੋਤ ਮਹਾਹੀ, ਬਹੁਤ ਸਤਸੰਗ ਹੁੰਦਾ ਸੀ। ਗਿਰਧਰ ਮੱਲ ਸਿੰਘ ਅਛਰਾ, ਇਸ ਤਰ੍ਹਾਂ ਗਿਰਧਰ ਮੱਲ ਸਿੰਘ, ਅਛਰਾ ਸਿੰਘ, ਸਰਬੱਗ ਸਿੰਘ ਲੋ ਕੀਤੇ, ਸਰਬੱਗ ਸਿੰਘ ਇਤਿਆਦਿਕ ਕਿੰਨੇ ਹੀ। ਰਹਿਤੇ ਸੰਤ ਅਨੰਤ ਰੂਪ ਹਰ, ਬਹੁਤ ਇਉਂ ਸੰਤ ਜਿਹੜੇ ਸਨ ਚੰਗੇ ਭਾਈ ਅਨੰਤ ਰੂਪ, ਜੋ ਵਾਹਿਗੁਰੂ ਬ੍ਰਹਮ ਰੂਪ ਹਰੀ ਦਾ ਨਾਮ ਜਪਣ ਵਾਲੇ, ਚਰਚਾ ਰਖਤੇ ਤੇਤੇ, ਉਹ ਫਿਰ ਇਸ ਤਰ੍ਹਾਂ ਸਤਸੰਗ ਦੇ ਵਿੱਚ ਚਰਚਾ ਕਰਦੇ ਰਹਿੰਦੇ ਸਨ। ਰਹਿਣ ਲੱਗਿਓ ਗੁਲਾਬਦਾਸ ਭੀ, ਇਹ ਜਿਹੜਾ ਗੁਲਾਬਦਾਸ ਸੀ ਇਹ ਵੀ ਉੱਥੇ ਰਹਿਣ ਲੱਗ ਪਿਆ। ਫੌਜ ਸਿੰਘਨ ਕੀ ਮਾਂ ਹੈ, ਸਿੰਘਾਂ ਦੀ ਫੌਜ ਦੇ ਵਿੱਚੋਂ ਕਥਾ ਵਿਚਾਰ ਲਈ ਚਰਚਾ ਵਾਸਤੇ ਵਿੱਚ ਹੀ ਇਹ ਰਹਿਣ ਲੱਗ ਪਿਆ। ਚਰਚਾ ਗਿਆਨ ਖੁਲਾਸੀ ਬ੍ਰਿਤੀ, ਹੁਣ ਇਹ ਜਿਹੜਾ ਸੀ ਗਿਆਨ ਇਹਨੂੰ ਚੰਗਾ ਸੀ ਗ੍ਰੰਥਾਂ ਦਾ, ਚਰਚਾ ਗਿਆਨ ਖੁੱਲੀ ਬਿਰਤੀ ਵਾਲਾ ਸੀ। ਰਾਖੈ ਅਦਕ ਤਹਾਂ ਹੈ, ਫਿਰ ਇਹਨੇ ਚੰਗੀਆਂ ਗਿਆਨ ਦੀਆਂ ਖੁੱਲੇ ਵਰਤਾਰੇ ਜਿਹੜੇ ਹੈ ਜਦੋਂ ਕਥਾ ਸੁਣਾਉਣੀ ਤੇ ਚੰਗੇ ਇਹਨੇ ਬਹੁਤੇ ਰੱਖਣੇ। ਸੁੰਦਰ ਪਲੰਗ ਕਸਾਏ ਤਾਹੇ ਪਰ,
ਫਿਰ ਇਹ ਆਪਣੀ ਵੱਖਰੀ ਇੱਕ ਗੱਦੀ ਲਾਉਣ ਲੱਗ ਗਿਆ। ਗੁਲਾਬ ਦਾ ਸੋਹਣਾ ਸੁੰਦਰ ਪਲੰਘ ਕਸਾ ਲੈਣਾ, ਉਸ ਦੇ ਉੱਤੇ ਬੈਠ ਚੌਰ ਕਰਵਾਵੇ, ਤੇ ਬਹਿ ਕੇ ਆਪਣੇ ਆਪ ਨੂੰ ਮੋਰ ਪੰਖੀ ਚੌਰ ਵੀ ਕਰਵਾਉਂਦਾ ਸੀ। ਸ਼ਸਤਰ ਬਸਤਰ ਪਹਿਰੈ ਨੀਕੇ, ਚੰਗੇ ਸ਼ਸਤਰ ਬਸਤਰ ਵੀ ਪਹਿਨ ਲੈਂਦਾ। ਕਲਗੀ ਜਿਗਾ ਸਜਾਵੇ, ਤੇ ਜਿਗਾ ਕਲਗੀ ਵੀ ਆਪਣੇ ਮੱਥੇ ਤੇ ਪੱਗ ਤੇ ਦਸਤਾਰ ਤੇ ਸਜਾ ਲੈਂਦਾ। ਚੜੇ ਤੁਰੰਗ ਢੰਗ ਗੁਰੂਆਂ ਕੇ, ਤੇ ਘੋੜੇ ਤੇ ਚੜ੍ਹਦਾ ਜਿਵੇਂ ਗੁਰੂ ਮਹਾਰਾਜ ਚੜ੍ਹਦੇ ਆ, ਗੁਰੂਆਂ ਵਾਂਗੂ, ਗੁਰੂਆਂ ਦੇ ਢੰਗ ਤਰੀਕਿਆਂ ਨਾਲ। ਸਾਹਿਬ ਲੋਕ ਸਦਾਵੈ, ਤੇ ਲੋਕਾਂ ਤੋਂ ਸਾਹਿਬ ਕਹਾਉਂਦਾ ਸੀ ਆਪਣੇ ਆਪ ਨੂੰ। ਬੈਂਤ ਕੋਰੜੇ ਕਵਿਤਾ ਨਿਜ ਕਰ, ਫਿਰ ਇਦਾਂ ਵਿਦਵਾਨ ਸੀਗਾ, ਤੇ ਬੈਂਤ ਕੋਰੜੇ ਛੰਦਾਬੰਦੀ ਹੈ, ਇਹਨਾਂ 'ਚ ਕਵਿਤਾਵਾਂ ਰਚ ਕਰਕੇ ਲੋਕਨ ਤਈ ਸੁਣਾਵੇ, ਲੋਕਾਂ ਤਈ ਸੁਣਾਉਂਦਾ ਹੁੰਦਾ ਸੀ। ਗੁਰੂ ਪੀਰ ਅਵਤਾਰ ਪਿਗੰਬਰ, ਇਉਂ ਗੁਰੂ ਪੀਰ ਅਵਤਾਰ ਪਿਗੰਬਰ, ਸਭ ਪਰ ਲੰਬਰ ਲਾਵੇ, ਇਹ ਸਾਰਿਆਂ ਦੇ ਉੱਤੇ ਦੋਸ਼ ਰੂਪੀ ਨੰਬਰ ਲਾਉਂਦਾ ਸੀ। ਸ਼ਰਾ ਬੰਦ ਮੈਂ ਉਨ ਕੋ ਬੰਧੈ, ਤੇ ਉਹਨਾਂ ਨੂੰ ਇਹ ਸ਼ਰਾ ਦੇ ਬੰਧਨਾਂ ਵਿੱਚ ਬੰਨਦਾ ਸੀ। ਨਿਜ ਕੋ ਛੁਟਿਓ ਬਤਾਵੇ, ਕਹਿੰਦਾ ਸੀ ਮੈਂ ਸ਼ਰਾ ਤੋਂ ਉੱਪਰ ਹਾਂ, ਮੈਂ ਨਹੀਂ ਸ਼ਰਾ ਦੇ ਬੰਧਨਾਂ ਵਿੱਚ, ਆਪਣੇ ਆਪ ਨੂੰ ਇਹਨਾਂ ਤੋਂ ਉੱਪਰ, ਬੰਧਨਾਂ ਤੋਂ ਉੱਪਰ ਛੁੱਟਿਆ ਹੋਇਆ ਸਦਾਉਂਦਾ ਸੀ। ਹਿੰਦ ਤੁਰਕ ਕੀ ਹੱਦ ਮੱਦ ਕੋ, ਤੇ ਹਿੰਦੂ ਔਰ ਤੁਰਕਾਂ ਦੀ ਹੱਦ ਮੱਦ, ਹੱਦ ਦੇ ਜਿਹੜੇ ਚਿੰਨ੍ਹ ਸਨ ਉਹਨਾਂ ਨੂੰ ਰੱਦ ਕਰੇ ਬਹੁ ਭਾਂਤੈ, ਬਹੁਤ ਤਰ੍ਹਾਂ ਵਿਚਾਰਾਂ ਦਲੀਲਾਂ ਦੇ ਦੇ ਕੇ ਰੱਦ ਕਰਦਾ ਹੁੰਦਾ। ਸਤ ਸੰਗੀ ਚੇਲੇ ਜਨ ਤਾਂ ਕਿ, ਜਿਹੜੇ ਇਹਦੇ ਸਤ ਸੰਗੀ ਬਣ ਗਏ ਫਿਰ ਹੌਲੀ ਹੌਲੀ ਚੇਲੇ ਬਣ ਗਏ। ਘਨੇ ਬਨੇ ਸੁਣ ਬਾਤੈ, ਗਿਆਨੀ ਜੀ ਕਹਿੰਦੇ ਗੁਲਾਬ ਦਾਸ ਦੀਆਂ ਗੱਲਾਂ ਸੁਣ ਕੇ ਬਹੁਤ ਇਹਦੇ ਚੇਲੇ ਬਣ ਗਏ। ਜੋ ਜੈਸਾ ਆਵੇ ਰਹਿ ਤੈਸਾ, ਕਿਉਂਕਿ ਕਿਸੇ ਨੂੰ ਕੋਈ ਮਰਜ਼ਾਦਾ ਜਾਂ ਕੁਝ ਇਹਨੇ ਬਣਾਈ ਹੋਈ ਨਹੀਂ ਸੀ ਸ਼ਰਾ, ਜਿਹੇ ਜਿਹਾ ਕੋਈ ਸੀ ਉਵੇਂ ਹੀ ਰਹੇ। ਭਾਵ ਕੋਈ ਐ ਨਹੀਂ ਸੀ ਵੀ ਤੈਨੂੰ ਆਹਾ ਬਾਣਾ ਜਾਂ ਇਸ ਤਰ੍ਹਾਂ ਕੇਸ ਰੱਖਣੇ ਪੈਣਗੇ, ਜਾਂ ਕੋਈ ਇਹੋ ਜਿਹਾ ਨਹੀਂ। ਜੈਸਾ ਜੋ ਜੈਸਾ ਆਵੇ ਰਹਿਤਾ, ਜਿਹੋ ਜਿਹਾ ਵੀ ਕੋਈ ਆਉਂਦਾ ਸੀ ਉਹੇ ਜਿਹਾ ਹੀ ਉਹਨੂੰ ਕਹੇ ਆਈ ਰਹੀ ਚੱਲ। ਭੇਖ ਰੇਖ ਨਹਿ ਠਾਨੈ, ਕੋਈ ਭੇਖ ਚਿੰਨ ਨਹੀਂ ਸੀ ਉਹਨੂੰ ਉਹਦਾ ਸਰੂਪ ਦਾ ਕੋਈ ਦੱਸਦਾ। ਪੈ ਗੁਲਾਬ ਦਾਸੀਏ ਤਿੰਨ ਕੋ, ਇਉਂ ਫਿਰ ਜਿਹੜੇ ਸਨ ਇਹਨੂੰ ਮੰਨਣ ਵਾਲੇ ਉਹਨਾਂ ਨੂੰ ਲੋਕ ਗੁਲਾਬ ਦਾਸੀਏ ਕਹੈ, ਲੋਗ ਵਹਿ ਮੰਨੈ, ਇਉਂ ਲੋਕ ਕਹਿੰਦੇ ਤੇ ਆਪ ਵੀ ਉਹ ਮੰਨਦੇ ਸਨ। ਸੇਵੈ ਤਿਸ ਕੋ ਦੇਵੈ ਦੌਲਤ, ਜਿਹੜੇ ਫਿਰ ਗੁਲਾਬ ਦਾਸੀਏ ਸੀ ਨਾ, ਉਹ ਇਹ ਗੁਲਾਬ ਦਾਸ ਨੂੰ ਸੇਵਦੇ ਤੇ ਇਹਨੂੰ ਧਨ ਦੌਲਤ ਦਿੰਦੇ। ਲੇਵੈ ਧਾਰੇ ਉਪਦੇਸ਼ੈ, ਇਹਦਾ ਦਿੱਤਾ ਹੋਇਆ ਉਪਦੇਸ਼ ਲੈਂਦੇ, ਧਾਰਨ ਕਰਦੇ। ਚਾਲ ਚੱਲਣ ਸ਼ੌਕੀਨੀ ਪੀਨੀ, ਇਹ ਜਿਹੜਾ ਗੁਲਾਬ ਦਾਸ ਸੀ ਨਾ, ਇਹ ਬਹੁਤ ਹੀ ਜ਼ਿਆਦਾ ਸ਼ੌਕੀਨੀ ਵਾਲਾ ਸੀ, ਤੇ ਐਂ ਬਹੁਤ ਹੀ ਇਹ ਸ਼ੌਕੀਨੀ ਦੀ ਚਾਲ ਚੱਲਣ ਰੱਖਦਾ ਸੀ। ਰੱਖੈ ਇਹੋ ਵਿਸ਼ੇਸ਼ੈ, ਇਸ ਤਰ੍ਹਾਂ ਦੀ ਵਿਸ਼ੇਸ਼ ਕਰਕੇ ਇਹ ਰੱਖਦਾ ਸੀ। ਪੇਖ ਅਰੂਜ ਨਮੂਜ ਰੂਪ ਵੱਡ, ਤੇ ਇਉਂ ਇਹਦਾ ਜਿਹੜਾ ਪ੍ਰਤਾਪ ਵੇਖ ਕੇ, ਨਮੂਜ ਕਹੀਏ ਚੰਗੀ ਇਹਦੀ ਪ੍ਰਸਿੱਧੀ ਤਰੱਕੀ ਵੇਖ ਕੇ, ਸੋਹਣਾ ਰੂਪ ਵੇਖ ਕੇ। ਪੀਰੋ ਨਾਮ ਇੱਕ ਕਸਬੀ, ਤੇ ਇੱਕ ਪੀਰੋ ਨਾਂ ਦੀ ਮੁਸਲਮਾਨਣੀ ਇਸਤਰੀ ਸੀ। ਕਸਬੀ ਕਹਿੰਦੇ ਆ ਵੇਸ਼ਾ, ਜਿਹੜੀ ਵਿਕਾਰੀ ਵਿਵਚਾਰੀ ਸੀ। ਆਸ਼ਿਕ ਭਈ ਗੁਲਾਬ ਦਾਸ ਪੈ, ਇਹ ਕਿਉਂਕਿ ਜਿਹੋ ਜਿਹੀ ਕੋਈ ਬਿਰਤੀ ਹੁੰਦੀ ਹੈ ਨਾ, ਉਹੋ ਜਿਹੀ ਲੋਕ ਉਹਨੂੰ ਮਿਲ ਜਾਂਦੇ ਆ। ਉਹ ਇਹਦੇ ਤੇ ਗੁਲਾਬ ਦਾਸ ਤੇ ਮੋਹਤ ਹੋ ਗਈ। ਥਈ ਗਲੇ ਕੀ ਤਸਬੀ, ਤੇ ਗੁਲਾਬ ਦਾਸ ਦੀ ਗਲੇ ਦੀ ਮਾਲਾ ਬਣ ਗਈ। ਵਾਰਸ ਤਿਸ ਕੇ ਰਾਖੈ ਝਗੜਾ, ਉਹ ਜਿਹੜੀ ਇਸਤਰੀ ਸੀ ਨਾ, ਉਹਦਾ ਬੇਸ਼ਵਾ ਦਾ ਵਾਰਸ ਕਹੀਏ, ਮਾਲਕ, ਉਹ ਝਗੜਾ ਰੱਖਦਾ ਸੀ। ਵਹਿ ਇਸ ਬਿਨ ਨਹਿ ਰਹਿ, ਪਰ ਉਹ ਗੁਲਾਬ ਦਾਸ ਬਿਨਾਂ ਨਹੀਂ ਸੀ ਰਹਿੰਦੀ। ਆਖਰ ਗਏ ਗੁਜਰਾਂ ਵਾਲੇ, ਆਖਰ
ਉਹਦੇ ਜਿਹੜਾ ਵਾਰਸ ਸਨ, ਉਹਦੇ ਪਰਿਵਾਰ ਵਾਲੇ, ਉਹਦਾ ਪਤੀ, ਹੋਰ ਸੰਬੰਧੀ ਉਹਨੂੰ ਲੈ ਕੇ ਗੁੱਜਰਾਂ ਵਾਲੇ ਚਲੇ ਗਏ ਪੀਰੋ ਨੂੰ। ਵਾਰਸ ਤਿਸ ਕੋ ਲੈ ਹੈ, ਉਹਦੇ ਜਿਹੜੇ ਮਾਲਕ ਸਨ ਉਸ ਨੂੰ ਲੈ ਕੇ। ਇਤੈ ਗੁਲਾਬ ਦਾਸ ਭੀ ਤਿਸ ਬਿਨ, ਇਧਰ ਜਿਹੜਾ ਗੁਲਾਬ ਦਾਸ ਸੀ ਇਹ ਵੀ ਉਸ ਤੋਂ ਬਿਨਾ ਰਹਿ ਨਾ ਸਕਿਓ, ਬਸ ਮੋਹ ਹੈ, ਮੋਹ ਵਸ ਹੋਇਆ ਵੇ, ਰਹਿ ਨਾ ਸਕਿਆ। ਚਤੁਰ ਸਿੰਘ ਕਾਲਾ ਸਿੰਘ ਚੇਲੇ, ਇਹਨੇ ਦੋ ਚੇਲੇ ਸੀ ਇਹਦੇ, ਚਤੁਰ ਸਿੰਘ ਕਾਲਾ ਸਿੰਘ। ਪਠੇ ਮੰਗਾਈ ਸੋ ਹੈ, ਉਹਨਾਂ ਨੂੰ ਭੇਜਿਆ ਵੀ ਉਹ ਪੀਰੋ ਨੂੰ ਤੁਸੀਂ ਲੈ ਕੇ ਆਵੋ। ਨਿਸ ਕੋ ਕੱਢ ਲਿਆਏ ਤਿਸ ਕੋ, ਤੇ ਉਹ ਰਾਤ ਨੂੰ ਪੀਰੋ ਨੂੰ ਕੱਢ ਲਿਆਏ ਦੋਵੇਂ ਜਾਣੇ। ਨਿਜ ਕੰਧਿਓਂ ਪਰ ਚਾਕੈ, ਆਪਣੇ ਮੋਢਿਆਂ ਪਰ ਚੁੱਕ ਕਰਕੇ। ਵੇਖ ਗੁਲਾਬ ਦਾਸ ਖੁਸ਼ ਥੀਓ, ਗਿਆਨੀ ਜੀ ਕਹਿੰਦੇ ਗੁਲਾਬ ਦਾਸ ਵੇਖਿਆ ਪੀਰੋ ਨੂੰ ਬਹੁਤ ਖੁਸ਼ ਹੋਇਆ। ਫਨੀ ਮਨੀ ਜਿਉ ਪਾ ਕੇ, ਜਿਵੇਂ ਸ਼ੇਸ਼ ਨਾਗ ਨੂੰ ਮਣੀ ਲੱਭ ਜਾਂਦੀ ਹੈ ਉਹ ਖੁਸ਼ ਹੁੰਦਾ ਹੈ। ਥਾ ਜਰਨੈਲ ਇਲਾਹੀ ਖਾਂ ਭੀ, ਇਧਰ ਜਿਹੜਾ ਇਲਾਹੀ ਖਾਂ ਇੱਕ ਜਰਨੈਲ ਸੀ ਫੌਜਾਂ ਦਾ। ਦੋਸਤ ਪੀਰੋ ਕੇਰੋ, ਉਹ ਵੀ ਪੀਰੋ ਦਾ ਦੋਸਤ ਸੀ। ਪੀਰੋ ਕੇ ਭਾਈਆਂ ਕੋ ਤਿਸਨੇ, ਤੇ ਉਹਨੂੰ ਹੋ ਗਿਆ ਕਿ ਗੁਲਾਬ ਦਾਸ ਪੀਰੋ ਨੂੰ ਲੈ ਗਿਆ। ਜਿਹੜੀ ਪੀਰੋ ਵਿਸ਼ਵਾ ਸੀ ਉਹਦੇ ਭਰਾਵਾਂ ਨੂੰ ਇਸ ਇਲਾਹੀ ਖਾਂ ਜਰਨੈਲ ਨੇ ਦੀਨੀ ਫੌਜ ਵਧੇਰੋ, ਆਪਣੀ ਬਹੁਤ ਫੌਜ ਦਿੱਤੀ। ਮੀਆਂ ਮੀਰ ਕੇ ਵਿੱਚ ਮਕਬਰੇ, ਤੇ ਮੀਆਂ ਮੀਰ ਦੇ ਮਕਬਰੇ ਦੇ ਵਿੱਚ ਘੇਰੇ ਉਨ ਇਹੋ ਆਈ, ਇਹ ਜਿਹੜੀ ਪੀਰੋ ਸੀ ਉੱਥੇ ਉਹਨਾਂ ਦੇ ਘੇਰੇ ਵਿੱਚ ਆ ਗਈ। ਦਾਸ ਗੁਲਾਬ ਪਾਸ ਭੀ 200, ਤੇ ਜਿਹੜਾ ਗੁਲਾਬ ਦਾਸ ਸੀ ਇਹਦੇ ਕੋਲੇ ਵੀ 200 ਸਿੰਘ ਆਏ ਸੁਨ ਧਾਈ, ਜਿਹੜੇ ਇਹਦੇ ਕੋਲੇ ਆਉਣ ਜਾਣ ਵਾਲੇ ਨੂੰ ਮੰਨਣ ਵਾਲੇ ਸਨ ਕੋਈ ਸਿੰਘ, ਉਹ ਆ ਗਏ ਦੌੜ ਕੇ। ਚੱਲੀ ਬੰਦੂਕ ਤਹਾਂ ਤੀਏ ਬਦਲੇ, ਉਸ ਇਸਤਰੀ ਦੇ ਬਦਲੇ ਫਿਰ ਉੱਥੇ ਬੰਦੂਕਾਂ ਚੱਲੀਆਂ, ਕਿਉਂਕਿ ਇਹਨੇ ਕਥਾ ਵਾਰਤਾ ਕਰਕੇ ਬਹੁਤ ਬੰਨੇ ਹੋਏ ਸਨ। ਇਹਨੇ ਗੱਲਾਂ ਹੋਰ ਬਣਾ ਲੀਆਂ ਵੀ ਦੇਖੋ ਜੀ ਇਹ ਮੇਰੇ ਕੋਲ ਤਾਂ ਇੱਥੇ satsang ਕਰਨ ਆਉਂਦੀ ਹੈ, ਇਹਨੂੰ ਕੋਈ ਚੱਕਣ ਆ ਗਿਆ, ਇਹਨੂੰ ਆਹ ਆ ਗਿਆ। ਤੇ ਉੱਥੇ ਉਸ ਇਸਤਰੀ ਬਦਲੇ ਬੰਦੂਕਾਂ ਚੱਲੀਆਂ। ਜ਼ਖਮੀ ਘੇਤਕ ਥਾਏ, ਕਿੰਨੇ ਹੀ ਫਿਰ ਉੱਥੇ ਜ਼ਖਮੀ ਹੋ ਗਏ। ਮਹਾਰਾਜ ਨੇ ਖਬਰ ਪਾਏ ਕਹਿ, ਤੇ ਫਿਰ ਮਹਾਰਾਜੇ ਨੂੰ ਖਬਰ ਮਿਲੀ ਇਸ ਗੱਲ ਦੀ। ਲੜਨੋਂ ਉਬਹਿ ਹਟਾਏ, ਦੋਵੇਂ ਪਾਸਿਆਂ ਤੋਂ ਲੜਨੋਂ ਹਟਾ ਦਿੱਤੇ। ਚੱਠੇ ਗਾਮ ਗੁਲਾਬ ਦਾਸ ਤਬ, ਫਿਰ ਇਹ ਜਿਹੜਾ ਗੁਲਾਬ ਦਾਸ ਸੀ ਉੱਥੋਂ ਉਹ ਪੀਰੋ ਨੂੰ ਚੱਠੇ ਪਿੰਡ ਦੇ ਵਿੱਚ ਲੈ ਪੀਰੋ ਕੋ ਆਇਓ, ਉੱਥੇ ਲੈ ਆਇਆ ਪੀਰੋ ਨੂੰ। ਰਹਿਓ ਹਮੇਸ਼ ਵਿਸ਼ੇਸ਼ ਤਾਹਾਂ, ਫਿਰ ਇਹ ਹਮੇਸ਼ਾ ਉੱਥੇ ਹੀ ਰਿਹਾ ਆਪ ਚੱਠੇ ਪਿੰਡ। ਨਿਜ ਡੇਰਾ ਖੂਬ ਸਜਾਇਓ, ਚੰਗਾ ਇਹਨੇ ਵਧੀਆ ਆਪਣਾ ਡੇਰਾ ਬਣਾ ਲਿਆ। ਤਬ ਲੋ ਜੰਗ ਭਇਓ ਸਤਲੁਜ ਕਾ, ਉਸ ਸਮੇਂ ਸਤਲੁਜ ਤੇ ਜੰਗ ਹੋਇਆ। ਸਿੱਖ ਮਿਲਾਪੀ ਤਾਂ ਕਿ, ਇਹਦੇ ਜਿਹੜੇ ਸਿੱਖ ਸਨ ਮਿਲਾਪ ਵਾਲੇ, ਨਿਜ ਨਿਜ ਧਨ ਅਸਬਾਬ ਇਮਾਨਤ, ਉਹਨਾਂ ਦੇਖਿਆ ਜੰਗ ਹੋ ਰਿਹਾ ਤੇ ਆਪੋ ਆਪਣਾ ਧਨ ਮਾਲ ਸਬਾਬ ਕੁਝ ਇਮਾਨਤ ਜਿਹੜੀ ਸੀ ਰੱਖ ਤਹਿ ਜੂਝੇ ਜਾ ਕੇ, ਉਹ ਇਹਦੇ ਕੋਲੇ ਰੱਖ ਕੇ ਗੁਲਾਬ ਦਾ ਸਾਡੀ ਸੰਭਾਲ ਕੇ ਰੱਖੀ। ਤੇ ਜੰਗ ਵਿੱਚ ਉਹ ਸ਼ਹੀਦ ਹੋ ਗਏ। ਮਰੇ ਅਦਕ ਥੋੜੇ ਹੀ ਆਏ, ਬਹੁਤ ਜਿਹੜੇ ਸਾਨੂੰ ਸ਼ਹੀਦੀਆਂ ਪਾ ਗਏ ਜੰਗ 'ਚ, ਉਹਨਾਂ ਦਾ ਧਨ ਰਹਿ ਗਿਆ ਇਹਦੇ ਕੋਲੇ। ਜਿਹੜੇ ਥੋੜੇ ਜੇ ਕੋਈ ਮੁੜ ਕੇ ਆਏ ਨਾ, ਸੋ ਭੀ ਭਏ ਵਿਰਾਗੀ ਜੀ, ਉਹ ਵੀ ਗਿਆਨੀ ਜੀ ਕਹਿੰਦੇ ਬਰਾਗਬਾਨ ਹੋ ਗਏ, ਬਰਾਗੀ ਹੋ ਗਏ। ਜਦੋਂ ਸਾਹਮਣੇ ਸ਼ਹੀਦੀਆਂ ਮੌਤਾਂ ਹੁੰਦੀਆਂ ਦੇਖੀਆਂ, ਬਰਾਗ ਹੋ ਜਾਂਦਾ ਹੈ ਨਾ। ਆਮ ਤੁਸੀਂ ਦੇਖੋ ਸੰਸਕਾਰ ਤੇ ਜਾਂਦੇ ਆ ਤੇ ਬਰਾਗ ਹੋ ਜਾਂਦਾ ਵੀ ਆ ਤੁਰ ਗਿਆ ਫਲਾਣਾ, ਲੈ ਐਵੇਂ ਆਈ ਆਪਾਂ ਵੀ ਇੱਕ ਦਿਨ ਚਲੇ। ਬਰਾਗ ਤਾਂ ਆਉਂਦਾ ਇੱਕ ਵਾਰੀ। ਉਹ ਬਰਾਗੀ ਹੋ ਗਏ। ਦੌਲਤ ਉਨਕੀ ਰਹੀ ਇਸੀ ਢਿੱਗ, ਤੇ ਉਹ ਜਿੰਨੇ ਕੋਈ ਦੌਲਤ ਸੀਗੀ ਉਹ ਸਾਰੀ ਗੁਲਾਬ ਦਾਸ ਦੇ ਕੋਲ ਰਹਿ ਗਈ। ਰੌਣਕ ਵੱਢਣੇ ਲਾਗੀ ਜੀ,
ਇਹਦੇ ਕੋਲੇ ਤਾਂ ਚੰਗੀਆਂ, ਡੇਰਾ ਵਧੀਆ ਬਣ ਗਿਆ, ਰੌਣਕਾਂ ਵਧਣ ਲੱਗ ਪਈਆਂ। ਫਿਰ ਜਦ ਘਰ ਲਾਹੌਰ ਕਾ ਟੂਟਿਓ, ਫਿਰ ਜਦੋਂ ਲਾਹੌਰ ਦਾ ਘਰ ਟੁੱਟ ਗਿਆ, ਭਾਵ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਾਦਸ਼ਾਹੀ ਖਤਮ ਹੋਈ, ਸਿੱਖ ਤਿਸ ਢਿੱਗ ਬਹੁ ਆਏ ਜੀ, ਤੇ ਬਹੁਤ ਸਿੱਖ ਫਿਰ ਇਹਦੇ ਡੇਰੇ ਵਿੱਚ ਆ ਗਏ। ਸਿੱਖੈ ਚਰਚਾ ਗਿਆਨ ਮਹਾਨੈ, ਇਹਦੇ ਕੋਲੋਂ ਚਰਚਾ ਵਿਚਾਰ ਗਿਆਨ ਦੀ ਉਹ ਬਹੁਤ ਸਿੱਖਣ ਲੱਗ ਪਏ। ਚੇਲੇ ਤੇ ਸਦਵਾਏ ਜੀ, ਕਿਉਂਕਿ ਗ੍ਰੰਥਾਂ ਦਾ ਵਿਦਵਾਨ ਬਹੁਤ ਸੀ, ਵਿਦਾਂਤ ਵਗੈਰਾ ਪੜ੍ਹਿਆ, ਇਸ ਕਰਕੇ ਬਹੁਤ ਇਹਦੇ ਚੇਲੇ ਵੀ ਬਣੇ। ਨਿਤ ਪ੍ਰਤ ਸਭਾ ਲਗਾਏ ਪਲੰਗ ਪਰ, ਨਿਤਾ ਪ੍ਰਤੀ ਇਹ ਪਲੰਗ ਤੇ ਬੈਠ ਕੇ ਦੀਵਾਨ ਲਾਉਂਦਾ ਹੈ। ਦਾਸ ਗੁਲਾਬ ਥਿਰੈ ਹੈ ਜੀ, ਜਿਹੜਾ ਗੁਲਾਬ ਦਾਸ ਪਲੰਗ ਤੇ ਬੈਠਦਾ ਹੈ। ਕਲਗੀ ਜਿਗਾ ਪੁਸ਼ਾਕ ਸਜੈ ਕੈ, ਕਲਗੀ ਜਿਗਾ ਲਾਉਂਦਾ, ਚੰਗੀ ਪੁਸ਼ਾਕ ਪਹਿਨ ਕੇ। ਉੱਪਰ ਚੌਰ ਕਰੈ ਹੈ ਜੀ, ਤੇ ਆਪਣੇ ਉੱਤੇ ਚੌਰ ਕਰਵਾਉਂਦਾ ਹੁੰਦਾ ਸੀ। ਅੱਗੇ ਚੋਬਦਾਰ ਠਾਢੋ ਰਹਿ, ਅੱਗੇ ਦੇ ਚੋਬਦਾਰ ਖੜੇ ਰਹਿੰਦੇ ਸਨ। ਸੋ ਜਸ ਨਕੀਬ ਉਚਰ ਹੈ ਜੀ, ਤੇ ਅੱਗੇ ਅੱਗੇ ਇਹਦਾ ਜਸ ਕਰਨ ਵਾਲੇ ਨਕੀਬ ਵੀ ਸਨ, ਜਿਹੜੇ ਜਸ ਕਰਦੇ। ਚੇਲੇ ਝੁਕ ਝੁਕ ਕਰਤ ਸਲਾਮਾਂ, ਇਹਦੇ ਚੇਲੇ ਨੂੰ ਝੁਕ ਝੁਕ ਕੇ ਸਲਾਮਾਂ ਕਰਦੇ, ਨਮਸਕਾਰਾਂ। ਸਤਿਗੁਰ ਸਾਹਿਬ ਰਰ ਹੈ ਜੀ, ਇਹਨੂੰ ਸਤਿਗੁਰੂ ਸਾਹਿਬ ਕਹਿੰਦੇ ਸਨ। ਪੀਰੋ ਕੇ ਸਬੱਬ ਤੈ ਬੇਸਿਆ, ਉਹ ਜਿਹੜਾ ਪੀਰੋ, ਜਿਹੜੀ ਪੀਰੋ ਕੇ ਸਬੱਬ ਤੈ, ਉਹ ਬੇਸਿਆ ਸੀ। ਥੀ ਮੁਰੀਦ ਬਹੁ ਹੋਈ ਜੀ, ਹੋਰ ਵੀ ਜਿਹੜੀਆਂ ਇਸ ਤਰ੍ਹਾਂ ਪੀਰੋ ਦੇ ਨਾਲ ਜਾਣਨ ਵਾਲੀਆਂ ਸੀ ਨਾ ਬੇਸ਼ਾਵਾਂ, ਉਹ ਵੀ ਇਹਦੀਆਂ ਬਹੁਤ ਮੁਰੀਦ ਬਣ ਗਈਆਂ। ਸਭਾ ਵਿੱਚ ਮੁਜਰਾ ਕਰਨੇ ਕੋ, ਤੇ ਫਿਰ ਇਹ ਨਾਚ ਕਰਾਉਣ ਲੱਗ ਗਿਆ ਸਭਾ ਦੇ ਵਿੱਚ ਗੁਲਾਬ ਦਾਸ, ਉਹ ਮੁਜਰਾ ਕਰਨ ਵਾਸਤੇ। ਹਾਜ਼ਰ ਰਹਿ ਹੈ ਸੋਈ ਜੀ, ਉਥੇ ਹਾਜ਼ਰ ਰਹਿੰਦੀਆਂ ਸਨ। ਕੀਰਤਨ ਕਥਾ ਠੌਰ ਨਿਤ ਮੁਜਰਾ, ਕੀਰਤਨ ਕਰਦਾ, ਆਪਦੀਆਂ ਕਵਿਤਾਵਾਂ ਦਾ ਵੀ ਆਪਣੀ ਕਥਾ ਕਰਦਾ, ਰੋਜ਼ ਉਥੇ ਮੁਜਰਾ। ਹੋਏ ਕੰਚਨੀ ਕੇ ਰਹਿਰੀ, ਇਹਨਾਂ ਬੇਸ਼ਵਾਵਾਂ ਦਾ ਹੋਣ ਲੱਗ ਪਿਆ। ਅਰਾਠ ਕਾਠ ਬਹਾਦਰ ਧਾੜ ਵੀ, ਚੰਗੇ ਭਾਈ ਲੜਾਕੇ ਕੱਡ ਕੱਠਾਂ ਵਾਲੇ ਬਹਾਦਰ ਲੁਟੇਰੇ। ਧਨੀ ਸਰਦਾਰ ਵਧੇਰੇ ਜੀ, ਵੱਡੇ ਵੱਡੇ ਸਰਦਾਰ ਵੀ ਬਹੁਤ। ਸਾਏ ਕੀਨ ਤਾਮਾਸ਼ ਬੀਨ ਤਹਿ, ਸਾਏ ਕੀਨ ਤਾਮਾਸ਼ ਬੀਨ, ਬਹੁਤ ਕਹਿੰਦੇ ਇਸ ਤਰ੍ਹਾਂ ਦੇ ਤਮਾਸ਼ਾ ਵੇਖਣ ਵਾਲਿਆਂ ਨੂੰ ਇਹਨੇ ਆਪਣੇ ਸਾਏ ਕਰ ਲਿਆ, ਭਾਵ ਆਪਣੇ ਪ੍ਰਭਾਵ ਹੇਠ ਕਰ ਲਿਆ। ਹਿੰਦੂ ਤੁਰਕ ਅਪਾਰ ਹੈ ਜੀ, ਜਿਨ੍ਹਾਂ ਵਿੱਚੋਂ ਬਹੁਤ ਹਿੰਦੂ ਤੇ ਤੁਰਕ ਸਨ। ਰਹਿ ਚਰਚਾ ਗਿਆਨ ਸਿਖੈ ਹੈ, ਕਿਉਂ ਇਹਦੇ ਕੋਲੇ ਰਹਿੰਦੇ ਇਹ ਗਿਆਨ ਚਰਚਾ ਉਹਨਾਂ ਨੂੰ ਸਿਖਾਉਂਦਾ। ਥੈ ਸੇਵਕ ਭਾਰੈ ਜੀ, ਇਹਦੇ ਫਿਰ ਭਾਈ ਵੱਡੇ ਵੱਡੇ ਚੇਲੇ ਹੋ ਜਾਂਦੇ। ਹਿੰਦੂ ਤੁਰਕ ਕੀ ਸ਼ਰ੍ਹਾ ਹੱਦ ਜੋ ਹੈ, ਤੇ ਜਿਹੜੀ ਹਿੰਦੂਆਂ ਤੇ ਤੁਰਕਾਂ ਦੀ ਮਰਜ਼ਾਦਾ ਸ਼ਰ੍ਹਾ ਦੀ ਹੱਦ ਜੋ ਹੈ। ਸੋ ਘੋਲ ਪਿਲਾਏ ਜੀ, ਇਹਨੇ ਘੋਲ ਕੇ ਪਿਲਾਤੀ, ਭਾਵ ਖਤਮ ਕਰ ਦਿੱਤੀ। ਓੰ ਸੋਹੰ ਦੈ ਗੁਰ ਮੰਤਰ, ਆਪਣੇ ਹੀ ਮੰਤਰ ਦੇਣੇ ਸ਼ੁਰੂ ਕਰਤੇ। ਓੰ ਸੋਹੰ, ਓੰ ਦਾ ਮਤਲਬ ਪਰਮੇਸ਼ਰ, ਸੋਹੰ ਦਾ ਕਿਉਂਕਿ ਵਿਦਾਂਤ ਸੀਗਾ ਪੜ੍ਹਿਆ ਹੋਇਆ। ਇਹ ਜਿਹੜਾ ਸੋਹੰ ਸ਼ਬਦ ਹੈ ਇਹਦਾ ਭਾਵ ਹੈ ਮੈਂ ਹੀ ਹਾਂ, ਕਿ ਜੋ ਓੰ ਹੈ ਉਹ ਮੈਂ ਹੀ ਹਾਂ। ਇਸ ਤਰ੍ਹਾਂ ਦੀ ਬ੍ਰਹਮਸਮੀ ਜਾਂ ਕਿ ਮੈਂ ਹੀ ਬ੍ਰਹਮ ਹਾਂ, ਇਹ ਵਿਦਾਂਤ ਵਿੱਚ ਹੈ। ਉਹ ਭਾਵ ਤਾਂ ਸੀ ਬਹੁਤ ਉੱਚਾ, ਇਹ ਹੈ ਤਾਂ ਹੁਣ ਆਤਮਾ ਬ੍ਰਹਮ ਰੂਪ ਹੀ ਹੈ ਨਾ, ਪਰਮੇਸ਼ਰ ਦਾ ਹੀ ਰੂਪ ਹੈ। ਲੇਕਿਨ ਜਦੋਂ ਉਸ ਆਤਮ ਅਵਸਥਾ 'ਚ ਕੋਈ ਜਾ ਵੜਿਆ ਤੇ ਉਹ ਫਿਰ ਕਹਿੰਦਾ ਬ੍ਰਹਮ ਹੈ। ਇਹ ਭਾਵ ਵੀ ਜੇ ਪੈਦਾ ਹੋ ਜੇ ਮਹਾਰਾਜ ਨੇ ਤੇ ਕਿ ਫਿਰ ਵੀ ਕਹਿਣਾ ਨਹੀਂ ਹੈ, ਕਿਉਂਕਿ ਹੁਣ ਕਹਿਣ ਵਾਲਾ ਤਾਂ ਉਹ ਕਹਿ ਰਿਹਾ ਸ਼ੁੱਧ ਭਾਵ ਵਿੱਚ ਜਿਹੜਾ ਕੋਈ ਹੋਇਆ, ਲੇਕਿਨ ਜਿਹੜੇ ਜਗਿਆਸੂ ਸੁਣਨਗੇ ਕੱਲ ਨੂੰ ਉਹ ਵੀ ਇਸੇ ਕਰਕੇ ਹੀ। ਜਦੋਂ ਆਏ ਸਨ 4 ਭਗਤ ਮਹਾਰਾਜ ਨੇ, ਉਹਨਾਂ ਦੀ ਬਾਣੀ ਨਹੀਂ ਸੀ ਦਰਜ ਕੀਤੀ, ਉਹਨਾਂ ਵਿੱਚ ਇਹੀ ਸੀ ਕਾਨਾ ਪੀਲੂ ਛੱਜੂ ਸ਼ਾਹ ਸੈਨਕ, ਉਹੀ ਰੇ ਮੈਂ ਉਹੀ ਰੇ, ਉਹ ਸਾਰਾ ਕਹਿੰਦੇ ਮੈਂ ਉਹੀ ਬ੍ਰਹਮੀ ਆ। ਮਹਾਰਾਜ ਕਹਿੰਦੇ ਭਾਈ ਇਹ ਬਾਣੀ ਨਹੀਂ ਦਰਜ ਹੋ ਸਕਦੀ,
ਕਿਉਂਕਿ ਇਹਦੇ ਨਾਲ ਜਗਿਆਸੂ ਦੇ ਵਿੱਚ ਅਹੰ ਭਾਵ ਪੈਦਾ ਹੋ। ਜਦੋਂ ਉਹ ਕਹੂਗਾ ਉਹੀ ਹੈ ਤੇ ਉਹ ਹਜੇ ਅਵਸਥਾ ਚ ਉਹ ਚ ਪਹੁੰਚਿਆ ਨਹੀਂ ਹੋਣਾ, ਆਪਣੇ ਆਪ ਨੂੰ ਬ੍ਰਹਮ ਸਮਝਣ ਲੱਗ ਜੂ। ਇਸ ਕਰਕੇ ਫਿਰ ਉਹਦੇ ਅੰਦਰ ਹਉਮੈ ਭਾਵ ਪੈਦਾ ਹੋ ਜਾਂਦਾ। ਜਿਹਦੇ ਅੰਦਰ ਹਉਮੈ ਆ ਜੇ ਉਹ ਫਿਰ ਗੁਰਮੁਖੋਂ ਮੁਕਤ ਨਹੀਂ ਹੋ ਸਕਦਾ। ਤੇ ਮਹਾਰਾਜ ਨੇ ਇਸ ਕਰਕੇ ਵਿਦਾਂਤ ਭਾਵ ਰੱਖਿਆ, ਪਰ ਨਾਲ ਇਹ ਹੈ ਕਿ ਤੁਸੀਂ ਗੁਰੂ ਦੀ ਮੱਤ ਨੂੰ ਪਹਿਲਾਂ ਦ੍ਰਿੜ ਕਰਕੇ ਰੱਖਣਾ ਹੈ ਤਾਂ ਕਿ ਹਉਮੈ ਭਾਵ ਨਾ ਆਵੇ। ਓੰ ਸੋਹੰ ਦੈ ਗੁਰ ਮੰਤਰ, ਇਹ ਓੰ ਸੋਹੰ, ਓੰ ਪਰਮੇਸ਼ਰ ਮੈਂ ਹੀ ਹਾਂ, ਇਹ ਗੁਰ ਮੰਤਰ ਦਿੰਦਾ। 25 ਪ੍ਰਕਿਰਤ ਢਾਏ ਜੀ, ਤੇ ਇਹ ਜਿਹੜਾ ਸਾਡਾ ਸਰੀਰ ਹੈ 25 ਪ੍ਰਕਿਰਤੀਆਂ ਵਾਲਾ, ਇਸ ਨੂੰ ਹੀ ਆਤਮਾ ਦ੍ਰਿੜ ਕਰਵਾਉਂਦਾ ਸੀ। ਗੁਰੂ ਪੀਰ ਨਿਜ ਇਸ਼ਟ ਦੇਵ ਲੋ, ਤੇ ਇਉਂ ਗੁਰੂ ਪੀਰ ਆਪਣਾ ਕੋਈ ਇਸ਼ਟ ਦੇਵ ਇਤਿਆਦਿਕ। ਸ਼ਰਾ ਨਾ ਕੋ ਰਖਵਾਏ ਜੀ, ਕਿਸੇ ਨੂੰ ਇਹ ਹੋਰ ਕੋਈ ਗੁਰੂ ਪੀਰ ਆਪਣਾ ਇਸ਼ਟ ਨਹੀਂ ਸੀ ਮੰਨਦਾ ਵੀ ਮੈਂ ਹੀ ਬ੍ਰਹਮ ਹਾਂ, ਕੋਈ ਮੇਰਾ ਗੁਰੂ ਨਹੀਂ। ਕੋਈ ਇਹ ਸ਼ਰਾ ਮਰਜ਼ਾਦਾ ਨਹੀਂ ਸੀ ਰਖਾਉਂਦਾ। ਆਪਣੀ ਮਰਜ਼ੀ ਕੇਸ ਰੱਖੈ ਕੋ, ਜਿਹਦੀ ਮਰਜ਼ੀ ਹੈ ਆਪਦੀ ਉਹ ਕੇਸ ਰੱਖ ਲਵੇ। ਚਾਹੋ ਮੂੰਡ ਮੁੰਡਾਏ ਜੀ, ਤੇ ਜੇ ਚਾਹੇ ਭਾਵੇਂ ਸਿਰ ਮਨਾ ਲਵੇ, ਇਹਨੂੰ ਕੋਈ ਫਰਕ ਨਹੀਂ ਸੀ। ਖਾਨ ਪਾਨ ਮਨ ਭਾਵਤ ਖਾਵੋ, ਕਹਿੰਦੇ ਵੀ ਜੋ ਮਨ ਵਿੱਚ ਆਉਂਦਾ ਉਹ ਮਨ ਭਾਉਂਦਾ ਤੁਸੀਂ ਜੋ ਚੀਜ਼ ਤੁਹਾਡੀ ਇੱਛਾ ਉਹ ਖਾ ਪੀ ਲਓ। ਪਾਪ ਪੁੰਨ ਨਹਿ ਕਾਏ ਜੀ, ਸੇਵਕਾਂ ਨੂੰ ਕਹਿਣਾ ਕੋਈ ਪਾਪ ਪੁੰਨ ਨਹੀਂ ਹੁੰਦਾ ਹੈ। ਨਰਕ ਸਵਰਗ ਦੁੱਖ ਸੁੱਖ ਬਿਨ ਔਰੈ, ਕਹਿੰਦੇ ਨਰਕ ਸਵਰਗ ਦੁੱਖ ਸੁੱਖ ਤੋਂ ਬਿਨਾ ਕੋਈ ਵੀ। ਨਹਿ ਕੋ ਕਿਸ ਠਾਏ ਜੀ, ਹੋਰ ਕਹਿੰਦੇ ਕੋਈ ਨਹੀਂ ਹੈ ਕਿਸੇ, ਇੱਥੇ ਬਸ ਸੁੱਖ ਮਿਲ ਗਿਆ ਹੀ ਸਵਰਗ ਹੈ, ਦੁੱਖ ਮਿਲ ਗਿਆ ਨਰਕ ਹੈ, ਹੋਰ ਕੋਈ ਥਾਂ ਇਹੋ ਜਿਹਾ ਕੁਛ ਨਹੀਂ ਹੈ। ਅੱਜ ਵੀ ਕਈ ਪ੍ਰਚਾਰਕ ਇਸ ਪਾਸੇ ਨੂੰ ਜਾਂਦੇ ਹਨ, ਉਹ ਅਸਲ ਵਿੱਚ ਬਸ ਸਮਝੋ ਇਹ ਮੱਤ ਹੈ, ਗੁਲਾਬਦਾਸੀਆਂ ਵਾਲਾ ਹੀ ਹਾਲ ਹੈ। ਦੇਵੈ ਦੰਡ ਸਰਕਾਰ ਜਾਹੇ ਤੈ, ਕਹਿੰਦੇ ਜਦੋਂ ਭਾਈ ਜੇ ਕਿਸੇ ਕਰਮ ਤੇ ਸਰਕਾਰ ਦੰਡ ਦਿੰਦੀ ਹੈ, ਪਾਪ ਕਰਮ ਹੈ ਸਾਏ ਜੀ, ਉਹੀ ਪਾਪ ਕਰਮ ਹੈ। ਚੇਤਨ ਬ੍ਰਹਮ ਇਹੀ ਹੈ ਆਤਮ, ਇਹ ਜਿਹੜਾ ਸਾਡਾ ਆਤਮਾ ਇਹੀ ਚੇਤਨ ਬ੍ਰਹਮ ਹੈ। ਔਰ ਹੈ ਪ੍ਰਭੂ ਨ ਕਾਏ ਜੀ, ਹੋਰ ਕੋਈ ਵੱਖਰਾ ਪਰਮੇਸ਼ਰ ਨਹੀਂ ਹੈ। ਜੋ ਉਪਦੇਸ਼ ਵਿਸ਼ੇਸ਼ ਦ੍ਰਿੜੈ ਕੈ, ਇਹੋ ਜਿਹੇ ਨੇ ਭਾਈ ਆਪ ਉਪਦੇਸ਼ ਆਪਦੇ ਚੇਲਿਆਂ ਨੂੰ ਦ੍ਰਿੜ ਕਰਵਾ ਕੇ ਭਰਮ ਕਲੇਸ਼ ਮਿਟਾਏ ਜੀ, ਕਹਿੰਦਾ ਜੀ ਮੈਂ ਸਾਰੇ ਭਰਮ ਤੇ ਕਲੇਸ਼ ਹੀ ਮਿਟਾ ਦਿੱਤੇ। ਵਰਣ ਆਸ਼ਰਮ ਲਓ ਧਰਮ ਉਠਾਵੇ, ਇਹ ਵਰਣ ਆਸ਼ਰਮ ਧਰਮ ਇਤਿਆਦਿਕ ਸਾਰਾ ਦੂਰ ਕਰਕੇ। ਨਿੰਦਾ ਸ਼ਰਾ ਮਹਾਏ ਜੀ, ਜਿਹੜੇ ਸ਼ਰਾ ਮਰਜ਼ਾਦਾ ਦੇ ਧਰਮ ਚਿੰਨ ਹੁੰਦੇ ਨੇ ਨਾ, ਉਹਨਾਂ ਨੂੰ ਨਿੰਦਦਾ ਬਹੁਤ ਹੁੰਦਾ ਸੀ। ਮੌਜ ਬਿਲਾਸ ਵਿਵੇਕ ਮਾਲ, ਫਿਰ ਇਹਨੇ ਕੁਝ ਕਿਤਾਬਾਂ ਲਿਖੀਆਂ, ਮੌਜ ਬਿਲਾਸ ਤੇ ਵਿਵੇਕ ਮਾਲ। ਗੁਲਾਬ ਚਮਨ ਲਓ ਪੋਥੀ ਜੀ, ਇੱਕ ਇਹਨੇ ਕਿਤਾਬ ਲਿਖੀ ਗੁਲਾਬ ਚਮਨ, ਇਹੋ ਜੀਆਂ ਪੋਥੀਆਂ। ਰਚੀ ਗੁਲਾਬ ਦਾਸ ਨਿਜ ਕਵਿਤਾ, ਇਹ ਆਪਣੀ ਕਵਿਤਾ ਇਹਨੇ ਰਚੀਆਂ ਇਸ ਤਰ੍ਹਾਂ ਪੋਥੀਆਂ ਗੁਲਾਬ ਦਾਸ ਨੇ। ਵਿਰਤ ਭਗਤ ਤੈ ਥੋਥੀ ਜੀ, ਗਿਆਨੀ ਜੀ ਕਹਿੰਦੇ ਜਿਹੜੀਆਂ ਦੀਆਂ ਪੁਸਤਕਾਂ ਸਨ ਉਹ ਭਗਤੀ ਦੇ ਵਰਤਾਰੇ ਤੋਂ ਖਾਲੀ ਸਨ, ਭਾਵ ਰੱਬੀ ਭਗਤੀ ਨਹੀਂ ਸੀ ਉਹਨਾਂ 'ਚ। ਜਿਨ ਕੋ ਪੜ੍ਹ ਸੁਣ ਲੋਗ ਹਜ਼ਾਰੋਂ, ਉਹਨਾਂ ਕਿਤਾਬਾਂ ਨੂੰ ਪੜ੍ਹ ਸੁਣ ਕੇ ਹਜ਼ਾਰਾਂ ਲੋਕ। ਥੀਏ ਅਤੀ ਖੁਲਾਸੈ ਜੀ, ਬਹੁਤ ਖੁੱਲੇ ਆਚਰਣ ਜੀਵਨ ਵਾਲੇ, ਭਾਵ ਕਿ ਜਿਵੇਂ ਮਰਜੀ ਜੋ ਕਰੀ ਚੱਲੋ, ਕਿਹੋ ਜਿਹਾ ਮਰਜੀ ਕਰਮ ਕਰੋ, ਕੋਈ ਪਾਪ ਪੁੰਨ ਨਹੀਂ, ਕੋਈ ਨਰਕ ਸੁਰਗ ਨਹੀਂ ਹੈ। ਜੋ ਮਨ ਭਾਉਂਦਾ ਪਹਿਨੋ, ਮਨ ਭਾਉਂਦਾ ਖਾਓ, ਜਿਹੇ ਜੇ ਮਰਜੀ ਹੋਵੋ, ਇਹਨੂੰ ਖੁਲਾਸਾ ਕਹਿੰਦੇ ਆ। ਇਸ ਤਰ੍ਹਾਂ ਦੇ ਹੋ ਗਏ। ਸਤ ਸੰਤੋਖ ਧਰਮ ਜਪ ਤਪ ਤਜ, ਸਤ ਸੰਤੋਖ ਧਰਮ ਜਪ ਤਪ ਛੱਡ ਕੇ ਬ੍ਰਹਮ ਆਪ ਕੋ ਭਾਸੈ ਜੀ, ਤੇ ਚੇਲੇ ਵੀ ਆਪਣੇ ਆਪ ਨੂੰ ਬ੍ਰਹਮੀ ਪ੍ਰਤੀਤ ਕਰਨ ਲੱਗ ਪਏ। ਬਾਂਕੇ ਟੇਢੇ ਪਹਿਨ ਪੁਸ਼ਾਕੇ, ਬੜੇ ਸੋਹਣੇ ਸੁੰਦਰ ਟੇਢੇ ਪੁਸ਼ਾਕੇ ਪਹਿਨਦੇ, ਵੱਖਰੇ ਵੱਖਰੇ। ਬਣੇ ਰਹੇ ਸ਼ੌਕੀਨੇ ਜੀ, ਤੇ ਬੜੇ ਤਰ੍ਹਾਂ ਦੇ ਸ਼ੌਕੀਨ ਬਣ ਕੇ ਰਹਿੰਦੇ, ਕਦੇ ਕੋਏ ਜੀ ਬਣਾ ਲਿਆ, ਕਦੇ ਕੋਏ ਜਿਹਾ ਬਾਣਾ ਪਾ ਲਿਆ, ਉਹ ਸ਼ੌਕੀਨਾਂ ਵਾਲਾ। ਜੈਸ ਕੈ ਸੁਖ ਜੋ ਕਿਛ ਮਿਲ ਹੈ,
ਤੇ ਜਿਹੋ ਜਿਹਾ ਵੀ ਕਿਸੇ ਨੂੰ ਕੁਝ ਮਿਲ ਜਾਂਦਾ। ਗਿਲ ਹੈ ਸ਼ਰਾਬ ਬਹੀਨੇ ਜੀ, ਉਹੀ ਖਾ ਲੈਂਦੇ। ਗਿਲ ਹੈ ਦਾ ਭਾਵ ਉਹੀ ਜਿਹਾ ਕੁਛ ਹੀ ਖਾ ਲੈਂਦੇ, ਸ਼ਰਾ ਤੋਂ ਬਹੀਣੇ ਸਨ। ਕੀਏ ਬਦਨਾਮ ਗੁਲਾਬ ਦਾਸ ਕੋ, ਜਦੋਂ ਫਿਰ ਚੇਲੇ ਇਹੋ ਜਿਹਾ ਕੁਛ ਕਰਨ ਲੱਗੇ ਉਹਦੇ ਨਾਲ ਗੁਲਾਬ ਦਾਸ ਬਦਨਾਮ ਹੋ ਗਿਆ। ਮੂਰਖ ਲੋਗੈ ਤਿਨ ਹੈ ਜੀ, ਕਹਿੰਦੇ ਮੂਰਖ ਲੋਕਾਂ ਨੇ ਉਹਨੂੰ ਵੀ ਬਦਨਾਮ ਕੀਤਾ। ਸਹੀ ਗਿਆਨ ਥਾ ਉਹਨੇ ਦੜਾਇਓ, ਕਿਉਂਕਿ ਉਹ ਗੁਲਾਬ ਦਾਸ ਨੂੰ ਤਾਂ ਜਿਹੜਾ ਸੀ ਵਿਦਾਂਤ ਪੜਿਆ ਸੀ ਉਹਨੂੰ ਉਹ ਤਾਂ ਕਹਿੰਦੇ ਮੈਂ ਹੀ ਬ੍ਰਹਮ ਹੈ, ਉਹ ਤਾਂ ਹੁਣ ਅਵਸਥਾ ਦੀ ਗੱਲ ਸੀ ਕੁੱਚੀ। ਉਹਨੇ ਤੇ ਉਹ ਗਿਆਨ ਜਿਹੜਾ ਸੀ ਦ੍ਰਿੜ ਕਰਵਾਇਆ। ਸਮਝੀ ਰਮਜਨ ਇਨ ਹੈ ਜੀ, ਪਰ ਅੱਗੇ ਚੇਲਿਆਂ ਨੇ ਉਸ ਰਮਜ ਨੂੰ ਸਮਝਿਆ ਨਹੀਂ। ਜਿਉਂ ਇੱਕ ਨ੍ਰਿਪ ਰਾਗ ਨਹਿ ਸਮਝੇ, ਜਿਵੇਂ ਕਹਿੰਦੇ ਇੱਕ ਰਾਜਾ ਸੀ, ਉਹਦੇ ਕੋਲੇ ਕੋਈ ਰਾਗ ਗਾਉਣ ਲੱਗ ਗਿਆ, ਪਰ ਉਹਨੂੰ ਰਾਗ ਦੀ ਕੋਈ ਸਮਝ ਨਹੀਂ ਸੀ। ਰਾਣੀ ਦਇਓ ਇਸ਼ਾਰਾ ਜੀ, ਤੇ ਰਾਣੀ ਨੇ ਉਹਨੂੰ ਇੱਕ ਇਸ਼ਾਰਾ ਜਿਹਾ ਦੇਤਾ। ਇਸ਼ਾਰਾ ਕੀ ਸੀ? ਸੂਹੀ ਕੁੜਤੀ ਦਿਖਰਾਈ ਉਹਨੇ ਲਾਲ ਸੂਹਾ ਕੁੜਤਾ ਉਹਨੂੰ ਦਿਖਾਇਆ। ਕੁੜਤੀ ਰਾਗ ਉਚਾਰਾ ਜੀ, ਉਹ ਕਹਿੰਦੇ ਕਿਹੜਾ? ਉਹ ਕਹਿੰਦੀ ਇਹ ਕੁੜਤੀ ਰਾਗ ਹੈ। ਮੈਂ ਨਾਂ ਹੀ ਰੱਖ ਲਿਆ ਆਪਦੀ ਮਰਜ਼ੀ, ਇਹ ਰਾਗ ਕਹਿਤਾ। ਜੋ ਹੀ ਗੁਲਾਬ ਦਾਸ ਥਾ ਗਿਆਨੀ, ਕਹਿੰਦੇ ਇਸੇ ਤਰ੍ਹਾਂ ਗੁਲਾਬ ਦਾਸ ਜਿਹੜਾ ਸੀ ਉਹ ਗ੍ਰੰਥਾਂ ਦਾ ਗਿਆਨੀ ਸੀ। ਪੂਰਨ ਪੁਰਖ ਮਹਾਨ ਹੈ ਜੀ, ਉਹ ਗ੍ਰੰਥਾਂ ਦਾ ਪੂਰਨ ਪੁਰਖ ਬੜਾ ਮਹਾਨ ਸੀ। ਪੈ ਉਨ ਬਿਨ ਅਧਿਕਾਰ ਦੜਾਇਓ, ਪਰ ਉਹਨੇ ਫਿਰ ਬਿਨਾਂ ਅਧਿਕਾਰੀ ਬਿਨਾਂ ਯੋਗਤਾ ਤੋਂ ਹੀ ਇਹ ਦ੍ਰਿੜ ਕਰਵਾਤਾ। ਸਭ ਕੋ ਬ੍ਰਹਮ ਗਿਆਨ ਹੈ ਜੀ, ਇਹ ਸਾਰਿਆਂ ਨੂੰ ਬ੍ਰਹਮ ਗਿਆਨ ਦ੍ਰਿੜ ਕਰਵਾਤਾ ਬਿਨਾਂ ਗਿਆਨ ਤੋਂ, ਅਧਿਕਾਰੀਆਂ ਤੋਂ ਬਿਨਾਂ ਹੀ। ਜਾਹੀ ਤੈ ਜਿਸ ਪਿੰਡ ਮੈਂ ਜਾਏ, ਇਸ ਕਰਕੇ ਜਿਹੜੇ ਵੀ ਪਿੰਡ ਵਿੱਚ ਜਾਂਦਾ ਗੁਲਾਬ ਦਾਸੀਆ ਰਹਿ ਹੈ ਜੀ। ਕੋਈ ਕਿਸੇ ਦਾ ਚੇਲਾ ਗੁਲਾਬ ਦਾਸੀਆ ਜਿਹੜੇ ਵੀ ਪਿੰਡ ਵਿੱਚ ਰਹਿ ਜਾਂਦਾ। ਸੁਣ ਕੇ ਬਚਨ ਗੱਭਰੂ ਤਿਸ ਤੈ, ਜਿਹੜੇ ਨੌਜਵਾਨ ਸਨ ਉਹ ਇਹ ਤੋਂ ਬਚਨ ਸੁਣ ਕਰਕੇ ਅਤੀ ਖੁਲਾਸੇ ਥੈ ਹੈ ਜੀ, ਉਹ ਫਿਰ ਹੋਰ ਬਹੁਤੇ ਖੁੱਲੇ ਸੁਭਾਅ ਵਾਲੇ ਹੋ ਜਾਂਦੇ। ਉਹੋ ਜਿਹੇ ਭਾਵ ਜੋ ਮਰਜ਼ੀ ਕਰਨਾ ਉਹੋ ਜਿਹੀ ਬਣਨ ਲੱਗ ਪਏ। ਇੱਕ ਤੋਂ ਜਵਾਨੀ ਉਮਰ ਮਹਾਨੀ, ਇੱਕ ਤਾਂ ਭਾਈ ਜਵਾਨੀ ਦੀ ਉਮਰ ਹੁੰਦੀ ਹੈ ਬਹੁਤੀ। ਸਹਿਜੇ ਹੁਤੀ ਅੰਧੇਰੀ ਜੀ, ਕਹਿੰਦੇ ਕੁਦਰਤੀ ਹੋਈ ਇਹਦੇ ਵਿੱਚ ਅੰਨੀ ਹੁੰਦੀ ਹੈ ਜਵਾਨੀ ਅਗਿਆਨਤਾ ਵਿੱਚ। ਦੁਤੀਏ ਪਾਪ ਪੁੰਨ ਡਰ ਚੂਕੋ, ਦੂਜਾ ਇਹਦੇ ਗੱਲਾਂ ਬਾਤਾਂ ਸੁਣ ਕੇ ਫਿਰ ਉਹ ਪਾਪ ਪੁੰਨ ਦਾ ਜਿਹੜਾ ਡਰ ਸੀ ਉਹ ਵੀ ਖਤਮ ਹੋ ਗਿਆ। ਇਹ ਪੁੱਠ ਚੜੀ ਵਧੇਰੀ ਜੀ, ਤੇ ਇਹ ਫਿਰ ਉਹਨਾਂ ਨੂੰ ਇਹੋ ਜਿਹੀ ਪਾਣ ਬਹੁਤ ਚੜ ਗਈ ਲੋਕਾਂ ਨੂੰ। ਮਾਝੇ ਮਾਲਵੇ ਪੋਠੋ ਹਾਰੈ, ਮਾਝਾ ਮਾਲਵਾ ਪੋਠੋ ਹਾਰ ਦਾ ਇਲਾਕਾ। ਫੈਲਿਓ ਇਹ ਮਤ ਭਾਰ ਹੈ ਜੀ, ਇਹ ਗੁਲਾਬ ਦਾਸੀਆ ਮਤ ਬਹੁਤ ਫੈਲਿਆ। ਦੇਖਾ ਦੇਖੀ ਜਵਾਨ ਤੀਆ ਨਰ, ਦੇਖਾ ਦੇਖੀ ਜਿਹੜੇ ਨੌਜਵਾਨ ਲੜਕੀਆਂ ਲੜਕੇ ਸਨ। ਚੋਰੈ ਯਾਰ ਲਵਾਰੈ ਜੀ, ਚੋਰ ਯਾਰ ਝੂਠੇ ਬਕਵਾਦੀ, ਲਵਾਰ ਕਹਿੰਦੇ ਨੇ ਬਕਵਾਸੀਏ ਜਿਹੜੇ ਹੁੰਦੇ ਆ ਬਕਵਾਸ ਕਰਨ ਵਾਲੇ, ਉਹ ਜਿੰਨੇ ਵੀ ਸਨ। ਖੁਦ ਹੀ ਭਏ ਵਿਦੰਤੀ ਨਾਸਤਕ, ਕਹਿੰਦੇ ਆਪਣੇ ਆਪ ਸਾਰੇ ਹੀ ਵਿਦੰਤੀ ਬਣ ਗਏ। ਨਾਸਤਕ, ਰੱਬ ਕੋਈ ਨਹੀਂ, ਮੈਂ ਹੀ ਬ੍ਰਹਮ, ਹੋਰ ਕੋਈ ਇਦੋਂ ਬਿਨਾਂ ਕੋਈ ਬ੍ਰਹਮ ਨਹੀਂ ਹੈ ਵੱਖਰਾ। ਧੂਮ ਮੱਚੀ ਜਗ ਮੈਂ ਹੈ ਜੀ, ਤੇ ਜਗ ਦੇ ਵਿੱਚ ਤਾਂ ਧੁੰਮਾਂ ਪੈ ਗਈਆਂ, ਡੰਡ ਰੌਲਾ ਪੈ ਗਿਆ ਇਹਨਾਂ ਦਾ। ਬੇਟੀ ਬਹੂ ਨਿਕਾਲੈ ਦੌਲਤ, ਕੋਈ ਲੜਕੀਆਂ ਲੜਕੇ ਜਿਹੜੇ ਚੇਲੇ ਇਹੋ ਜਿਹੇ ਬਣ ਗਏ ਵੀ ਦੇਖੋ ਬ੍ਰਾਹਮੀ ਆ ਆਪਾਂ, ਇਸ ਕਰਕੇ ਜੋ ਮਰਜੀ ਮਨ ਭਾਉਂਦਾ ਖਾਓ, ਜੋ ਮਰਜੀ ਕਰਮ ਕਰੋ, ਵਿਚਾਰ ਕਮਾਓ, ਹੋਰ ਕਰੋ, ਕੋਈ ਰੁਕਾਵਟ ਨਹੀਂ, ਕੋਈ ਪਾਪ ਨਹੀਂ ਹੁੰਦਾ, ਕੋਈ ਪੁੰਨ ਨਹੀਂ ਹੈ, ਕੋਈ ਨਰਕ ਨਹੀਂ ਅੱਗੇ, ਕੋਈ ਸਵਰਗ ਨਹੀਂ। ਇਹੋ ਜਿਹੀਆਂ ਗੱਲਾਂ ਜਦੋਂ ਹੋਈਆਂ ਤਾਂ ਉਹਦਾ ਰਿਜ਼ਲਟ ਕੀ ਨਿਕਲਿਆ? ਸਾਰੇ ਹੀ ਬਹੁਤ, ਖਾਸ ਕਰਕੇ ਹੁਣ ਵੀ ਤੁਸੀਂ ਦੇਖੋ ਕਈ ਜਗ੍ਹਾ ਤੇ ਹੁੰਦਾ ਫਲਾਣੀ ਜਗ੍ਹਾ ਨੌਜਵਾਨ ਬਹੁਤ ਜਾਂਦੇ ਨੇ, ਉੱਥੇ ਹੈ ਕਿ ਤੁਸੀਂ ਜਿਹੜੇ ਡੇਰੇ ਵਗੈਰਾ ਖਾਸ ਕਰਕੇ ਨਕੋਦਰ ਸਾਈਡ ਨੂੰ ਬਹੁਤ ਨੇ, ਜਿਹੜੇ ਉਹ ਪੀਰਾਂ ਦੇ ਕੁਛ ਹੈਗੇ ਆ ਗਾਉਣ ਗੂਣ ਵਾਲੇ, ਉੱਥੇ ਚਲੇ ਜਾਂਦੇ ਆ। ਤੇ ਉਹੇ ਜੇ ਫਿਰ ਗਾਹਾਂ ਲੋਕ ਬਹੁਤ ਨੇ, ਤੇ ਇਸ਼ਕ ਮਜਾਜੀ ਵਾਲੇ ਲੜਕੇ ਲੜਕੇ ਉਹ ਵੀ
ਗੱਡੀਆਂ ਲੈ ਕੇ ਉਹ ਪਹੁੰਚ ਜਾਂਦੇ। ਤੇ ਇਹ ਜਿਹੜੇ ਧਰਮ ਤਾਂ ਫਿਰ ਕਿਤੇ ਰਿਹਾ ਨਾ। ਇਸ ਤਰ੍ਹਾਂ ਦੇ ਜਿਹੜੇ ਹੁਣ ਆਹ ਕਥਾ ਵਾ, ਇਸ ਤਰ੍ਹਾਂ ਦੀ ਕੋਈ ਜਿਵੇਂ ਹੁਣ ਇਤਿਹਾਸ ਦੀ ਕਥਾ ਹੈ, ਤੇ ਤੁਸੀਂ ਦੇਖੋ ਵੀ ਕਿੰਨੇ ਕੁ ਨੌਜਵਾਨ ਲੜਕੇ ਲੜਕੀਆਂ ਨੇ ਜਿਨ੍ਹਾਂ ਨੂੰ ਇਹ ਚੱਸ ਹੈ ਕਿ ਅਸੀਂ ਸੁਣੀਏ। ਇਹ ਨਹੀਂ ਹੈ। ਤੇ ਹੋਰ ਚਟਪਟੀਆਂ ਗੱਲਾਂ ਕਰੋ, ਆ ਜੋ ਫਲਾਨਾ ਹੈ ਢਮਕਾਣਾ ਹੈ, ਉਹ ਬਸ ਫੇਰ ਉਹ ਕਹਿੰਦੇ ਠੀਕ ਆ ਜੀ, ਆ ਵਧੀਆ, ਕੋਈ ਪਾਪ ਪੁੰਨ ਨਹੀਂ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਐ ਨਿੰਦਣ ਲੱਗ ਜੋ, ਲੈ ਉਹ ਦੇਖਿਆ ਮੈਂ ਅੰਮ੍ਰਿਤਧਾਰੀ ਫਿਰੇ ਐਂ ਕਰਦੇ ਆ, ਪੱਗਾਂ ਵਾਲੇ ਐਂ ਕਰਦੇ। ਫਿਰ ਉਹ ਜਿਹੜੇ ਦੂਜੇ ਆ ਉਹ ਉਹਨਾਂ ਨੂੰ ਚਾਅ ਚੜ ਜਾਂਦਾ ਵੀ ਠੀਕ ਹੈ, ਅਸੀਂ ਬਿਨਾਂ ਪੱਗ ਤੋਂ ਉਹਨਾਂ ਨਾਲੋਂ ਤਾਂ ਚੰਗੇ ਆ, ਭਾਵ ਉਹਨਾਂ ਨੂੰ ਹੱਲਾਸ਼ੇਰੀ ਦੇਣੀ। ਇਹ ਤਾਂ ਜਿਨ੍ਹਾਂ ਤੇ ਗੁਰਮੁਖੋ ਕਿਰਪਾ ਹੈ, ਜਿਨ੍ਹਾਂ ਨੂੰ ਕੋਈ ਮਾਲਕ ਦੀ ਦਇਆ ਹੁੰਦੀ ਹੈ ਨਾ, ਫਿਰ ਉਹ ਅਸਲ ਜਿਹੜਾ ਧਰਮ ਉਪਦੇਸ਼ ਹੈ, ਜਿਹੜਾ ਕਿ ਇਹਨਾਂ ਗ੍ਰੰਥਾਂ ਵਿੱਚ ਇਹਨਾਂ ਗੁਰਮੁਖਾਂ ਨੇ ਆਪਾਂ ਨੂੰ ਦ੍ਰਿੜ ਕਰਵਾਇਆ, ਗੁਰਬਾਣੀ ਦਾ ਉਪਦੇਸ਼, ਫਿਰ ਉਹ ਸੁਣਦੇ ਨੇ। ਇਹ ਤਾਂ ਜਿਹੜੇ ਸੀ ਇਸ ਤਰ੍ਹਾਂ ਦਾ ਹਾਲ ਹੋ ਗਿਆ, ਖੁਦ ਹੀ ਭਏ ਵਿਦੰਤੀ ਨਾਸਤਕ, ਧੂਮ ਮੱਚੀ ਜਗ ਮੈਂ ਹੈ। ਜਗਤ ਵਿੱਚ ਕਹਿੰਦੇ ਐਸਾ ਡੰਡ ਰੋਲੀ ਹੋਈ ਪੈ ਗਈ। ਬੇਟੀ ਬਹੂ ਨਿਕਲੈ ਦੌਲਤ, ਜਿਹੜੀਆਂ ਲੜਕੀਆਂ ਸੀ ਜਾਂ ਨੂਹਾਂ ਬਹੂਆਂ ਸਨ ਨਾ ਨੌਜਵਾਨ, ਉਹ ਘਰੋਂ ਪੈਸੇ ਚੁੱਕਦੀਆਂ, ਮਾਸ ਸ਼ਰਾਬ ਛਕੈ ਹੈ ਜੀ, ਤੇ ਮਾਸ ਸ਼ਰਾਬ ਜਿਹੜਾ ਪੀਂਦੀਆਂ, ਮਾਸ ਖਾਣ ਲੱਗ ਪਈ। ਉਸੀ ਜਮਾਨੇ ਮੈਂ ਇਸ ਮੱਤ ਕੋ, ਉਸੇ ਹੀ ਜਵਾਨੇ ਵਿੱਚ ਇਹ ਜਿਹੜਾ ਗੁਲਾਬਦਾਸੀਆ ਮੱਤ ਸੀ, ਇਹਨਾਂ ਨੂੰ ਮਦਦ ਮਿਲੀ ਇੱਕ ਔਰ ਹੈ ਜੀ, ਇੱਕ ਹੋਰ ਮਦਦ ਮਿਲ ਗਈ ਨਾਲ। ਮੱਗੀ ਸ਼ਾਹ ਮਨਸੂਰਪੁਰੇ ਮੈਂ, ਇੱਕ ਮਨਸੂਰਪੁਰੇ ਨਗਰ ਵਿੱਚ ਮੱਗੀ ਸ਼ਾਹ ਨਾਮ ਦਾ ਬਿਦ ਤਿਉ ਜੋ ਹੀ ਗੌਰ ਹੈ ਜੀ, ਇੱਕ ਬਹੁਤ ਮਸ਼ਹੂਰ ਹੋਇਆ ਵਿਅਕਤੀ। ਦੁਤੀ ਰਮੇਸ਼ਵਰਪੁਰੀ ਗੁਸਾਈ, ਦੂਜਾ ਸੀ ਰਮੇਸ਼ਵਰਪੁਰੀ ਗੁਸਾਈ। ਇੱਕ ਪਿੰਡ ਮਾਨਸਾ ਹੈ ਜੀ, ਇਹ ਮਾਨਸਾ ਪਿੰਡ ਰਹਿੰਦਾ ਸੀ। ਵਹਿ ਭੀ ਐਨ ਗੁਲਾਬਦਾਸ ਸਮ, ਤੇ ਇਹਨਾਂ ਨੇ ਵੀ ਇਉਂ ਗੁਲਾਬਦਾਸ ਦੇ ਵਾਂਗੂ ਇਨ ਬਿਨ ਸੁਸਕੈ ਗਿਆਨ ਦੜੈ ਹੈ ਜੀ। ਤੇ ਸੁਸਕ ਗਿਆਨ, ਸੁੱਕਾ ਗਿਆਨ ਜਿਹੜਾ ਹੁੰਦਾ ਹੈ, ਸੁੱਕਾ ਗਿਆਨ ਭਾਵ ਜਿਹਦੇ ਵਿੱਚ ਸ਼ਰਧਾ ਪ੍ਰੇਮ ਨਾਮ ਦੀ ਕੋਈ ਚੀਜ਼ ਨਹੀਂ, ਸੁਸਕ ਗਿਆਨ ਹੁੰਦਾ, ਉਹ ਦੜਾਉਣ ਲੱਗ ਪਏ ਵੀ। ਇਹੋ ਉਦਾਸੀਓ ਮੈਂ ਸੇ ਬਿਗੜਿਓ, ਇਹ ਉਦਾਸੀਆਂ ਦੇ ਵਿੱਚੋਂ ਵਿਗੜੇ ਸਨ। ਵਹਿ ਸੰਨਿਆਸੀਓ ਮੋਹ ਹੈ ਜੀ, ਜਿਹੜਾ ਤਾਂ ਸੀਗਾ ਮੱਗੀ ਸ਼ਾਹ, ਇਹ ਤਾਂ ਉਦਾਸੀਆਂ ਚੋਂ ਵਿਗੜ ਕੇ ਕੰਮ ਕਰਨ ਲੱਗਿਆ ਸੀ। ਜਿਹੜਾ ਰਮੇਸ਼ਵਰਪੁਰੀ ਗੁਸਾਈ ਸੀ, ਇਹ ਸੰਨਿਆਸੀਆਂ ਵਿੱਚੋਂ ਹੋਇਆ। ਕਾਲੰਜਾਰੀ ਦੁਹੂ ਖੇਤਰ ਹੈ, ਇਹ ਦੋਹਾਂ ਉਦਾਸੀਆਂ ਤੇ ਸੰਨਿਆਸੀਆਂ ਦੇ ਕਹਿੰਦੇ ਕਾਲੰਜਾਰੀ ਦੁਹੂ ਖੇਤਰ ਹੈ। ਭੇਖਾਂ ਰੂਪੀ ਖੇਤਾਂ ਦੇ ਵਿੱਚ ਇਉਂ ਜਾਣੋ ਜਿਵੇਂ ਕੋਈ ਕਾਂਗਿਆਰੀ ਪੈ ਜਾਂਦੀ ਹੈ ਫਸਲ। ਪਰੀ ਰੰਗ ਜੇ ਦੀਏ ਖੋ ਹੈ ਜੀ, ਜਿਨ੍ਹਾਂ ਨੇ ਦੋਹਾਂ ਭੇਖਾਂ ਦਾ ਹੀ ਫਿਰ ਜਸ ਗਵਾਤਾ। ਲੋਕ ਕਹਿਣਾ ਆਹ ਕੰਮ ਕਰਦੇ ਆ ਸੰਨਿਆਸੀ, ਆਹ ਨੇ ਉਦਾਸੀ। ਹਾਲਾਂਕਿ ਉਹ ਉਦਾਸੀਆਂ ਦੇ ਵਿੱਚੋਂ ਜਦੋਂ ਇਹ ਕੰਮ ਕਰਨ ਲੱਗ ਗਏ ਤਾਂ ਫਿਰ ਉਹ ਰੰਗ ਜਸ ਜਿਹੜਾ ਭੇਖ ਜਸ ਰੰਗ ਸੀ ਉਹ ਦੂਰ ਹੀ ਕਰਤਾ। ਇਸ ਕੇ ਭਏ ਗੁਲਾਬ ਦਾਸੀਏ, ਇਸੇ ਤਰ੍ਹਾਂ ਇਹ ਗੁਲਾਬ ਦਾਸੀਏ ਹੋਏ। ਉਨਕੇ ਮੌਜੀ ਰੋਡੇ ਜੀ, ਉਹਨਾਂ ਦੇ ਭਾਈ ਮੌਜੀ ਰੋਡੇ, ਮੌਜ ਇਸ ਤਰ੍ਹਾਂ ਦੇ ਬਣ ਗਏ। ਲੱਖੋਂ ਲੋਕ ਖਰਾਬ ਕਰੇ ਨੇ, ਤੇ ਲੱਖਾਂ ਲੋਕ ਇਹਨਾਂ ਨੇ ਫਿਰ ਖਰਾਬ ਕੀਤੇ, ਭਾਵ ਸ਼ਰਦਕ ਗੱਲਾਂ ਕਰਕੇ। ਭਏ ਐਸੇ ਭਏ ਸੋ ਭੋਡੇ ਜੀ, ਇਹੋ ਜੇ ਇਹ ਮਾੜੇ ਹੋਏ ਭੈੜੇ ਹੋਏ। ਮੂੜੇ ਕੁਰਸੀ ਪਲੰਗ ਛਤਰ ਵੱਡ, ਤੇ ਮੂੜਾ ਕੁਰਸੀ ਪਲੰਗ ਵੱਡਾ ਛਤਰ ਰਾਖੈ ਸੰਗ ਸਜੈ ਹੈ ਜੀ, ਇਹ ਆਪਣੇ ਨਾਲ ਜਿਹੜਾ ਹੈ ਸਜਾ ਕੇ ਰੱਖਦੇ ਸੀ ਚੰਗਾ ਸੋਹਣੇ ਸੋਹਣੇ। ਰੰਗੜੇਟੇ ਚਮਾਰ ਬਿਗਾਰੀ, ਫਿਰ ਇਹ ਜਿਹੜੇ ਕੋਈ ਕੰਮ ਕਰਨ ਵਾਲੇ ਗਰੀਬ ਲੋਕ ਸਨ, ਕੋਈ ਰੰਗੜੇਟੇ ਸੀ ਜਾਂ ਚਮਾਰ ਭਾਵ ਚੰਮ ਦਾ ਕਰਨਾ, ਜਾਂ ਜਿਹੜੇ ਬਿਗਾਰੀ ਹੁੰਦੇ ਸਨ। ਪਿੰਡੋ ਪਿੰਡ ਪੁਚੈ ਹੈ ਜੀ, ਉਹਨਾਂ ਕੋਲੇ ਪਿੰਡਾਂ ਪਿੰਡਾਂ ਵਿੱਚ ਪਹੁੰਚਦੇ ਸੀ ਇਹ ਲੋਕ। ਜਾਵੈ ਜਹਾਂ ਥਿਰਾਵੈ ਸਜਵਜ, ਤੇ ਜਿੱਥੇ ਜਾਂਦਾ ਸੀ ਨਾ ਗੁਲਾਬਦਾਸੀ ਪੂਰਾ ਸਜ ਵਜ ਕੇ ਜਾਂਦਾ ਸੀ ਗੁਲਾਬ। ਤੇ ਉਹ ਹੁਣ ਵੀ ਤੁਸੀਂ ਦੇਖੋ
ਕਿ ਜਿਹੜਾ ਵੀ ਕੋਈ ਅਦੇਹਧਾਰੀ ਪਖੰਡੀ ਜੇ ਪੈਦਾ ਹੁੰਦੇ ਆ, ਪਹਿਲਾਂ ਫਿਰ ਜਿਹੜੇ ਆਰਥਿਕ ਤੌਰ ਤੇ ਗਰੀਬ ਲੋਕ ਆ ਉਹਨਾਂ ਨੂੰ ਮਗਰ ਲਾਉਂਦੇ ਆ ਤੇ ਉਹਨਾਂ ਨੂੰ ਫਿਰ ਇਹ ਸਬਜ਼ਬਾਜ਼। ਉਹਦਾ ਕਾਰਨ ਵੀ ਹੈ ਕੁਛ ਇਹਦੇ ਪਿੱਛੇ, ਤੇ ਉਹ ਕਾਰਨ ਕੀ ਹੈ? ਜਿਵੇਂ ਤਾਂ ਹੁਣ ਅਮੀਰ ਲੋਕ ਹੈ, ਉਹ ਕੀ ਕਰਦੇ ਆ ਸਮੇਂ ਬਾਅਦ, ਲਓ ਜੀ ਫਲਾਨੀ ਜਗ੍ਹਾ ਕਿੱਥੇ ਗਿਆ, ਉਹ ਸੈਰ ਕਰਨ ਗਿਆ, ਉਹ ਘੁੰਮੇ ਆਉਂਦੇ ਆ ਤੇ ਪੈਸਾ ਹੁੰਦਾ। ਜਿਹੜਾ ਗਰੀਬ ਲੋਕ ਹੈ ਉਹਦੇ ਕੋਲੇ ਹੁਣ ਧਨ ਤਾਂ ਇੰਨਾ ਹੁੰਦਾ ਨਹੀਂ ਵੀ ਉਹ ਕਿਸੇ ਚੰਗੀਆਂ ਥਾਵਾਂ ਤੇ, ਫਿਰ ਉਹਦੇ ਕੋਲੇ ਇਹੀ ਹੁੰਦਾ ਕਿ ਕੰਮ ਕਰਦਾ ਕਰਦੇ ਨੂੰ ਛੁੱਟੀ ਵੀ ਤਾਂ ਹੁਣ ਵਿੱਚੋਂ ਚਾਹੀਦੀ ਹੈ। ਗਰੀਬ ਛੁੱਟੀ ਕਿਵੇਂ ਕਰੇ? ਬਹਾਨਾ ਹੀ ਹੋ ਜਾਂਦਾ, ਚੱਲੇ ਆ ਫਿਰ ਉੱਥੇ ਬਾਬਿਆਂ ਦੇ ਡੇਰੇ ਜਾ ਕੇ ਆਉਣਾ 10 ਦਿਨ, ਉੱਥੇ ਫਿਰ ਉਹ ਇੱਕ ਤਰ੍ਹਾਂ ਨਾਲ ਆਪਦਾ ਚਲੋ ਛੁੱਟੀ ਕੱਟੇ ਆਉਂਦੇ ਆ ਤੇ ਨਾਲੇ ਉੱਥੇ ਉਹਦਾ ਕੰਮ-ਕੁਮ ਕਰੀ ਜਾਂਦੇ ਆ ਡੇਰਿਆਂ ਜਾ ਕੇ, ਉੱਥੇ ਰੋਟੀ ਪਾਣੀ ਖਾ ਕੇ। ਤੇ ਇੱਕ ਤਰ੍ਹਾਂ ਨਾਲ ਜਿਹੜਾ ਤੁਸੀਂ ਆ ਦੇਖੋ ਵੀ ਨਸ਼ਾ ਵੀ ਜਿਹੜਾ ਚੱਲਿਆ ਇਹਦਾ ਵੀ ਕਾਰਨ ਸੀਗਾ ਕਿ ਜਦੋਂ ਕੋਈ ਵੀ ਕੰਮ ਕਰਨ ਜਾਣਾ ਤੇ ਉੱਥੇ ਕੰਮ ਕਰ ਥਕਾਵਟ ਹੋਣੀ ਤੇ ਉਹਨੇ ਕਹਿਣਾ ਲੈ ਵੀ ਮੈਂ ਤਾਂ ਹੁਣ ਆ ਬੀੜੀ ਬੱਤੀ ਪੀਣੀ ਆ, ਉਹ ਬੈਠ ਕੇ ਤੇ ਫਿਰ ਉਹ ਉਹਨਾਂ ਟਾਈਮ ਇੱਕ ਤਰ੍ਹਾਂ ਨਾਲ ਰੈਸਟ ਵਾਲਾ ਕੰਮ ਹੋ ਜਾਂਦਾ ਸੀ। ਤੇ ਇਸੇ ਤਰ੍ਹਾਂ ਕਿਸੇ ਨਾਲ ਕੋਈ ਰਲਿਆ ਹੈ, ਉਹ ਗਰੀਬ ਹੁਣ ਉਹਨੂੰ ਕੋਈ ਨਾ ਤਾਂ ਟਾਈਮ ਮਿਲਦਾ ਹੀ, ਛੁੱਟੀ ਦਾ ਕੋਈ ਹੁੰਦੀ ਨਹੀਂ, ਸੋ ਕਹਿੰਦਾ ਵੀ ਦੇਖ ਮੈਂ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਨਹੀਂ ਆਉਣਾ ਤੇਰੇ ਕੋਲੇ, ਮੈਂ ਜਾਣਾ ਬਾਬਿਆਂ ਦੇ ਡੇਰੇ ਸੇਵਾ ਤੇ, ਉੱਥੇ ਫਿਰ 10 ਦਿਨ 20 ਦਿਨ ਕੱਢਿਆ ਹੁੰਦਾ। ਇਸ ਤਰ੍ਹਾਂ ਇਹ ਜਿਹੜੇ ਹੁਣ ਮਾਇਆਧਾਰੀ ਆ ਉਹ ਕਹਿੰਦੇ ਕੁੱਲੂ ਚਲਿਆ ਗਿਆ, ਫਲਾਣੀ ਥਾਂ ਚਲਿਆ ਗਿਆ, ਟਮਕਾਣੀ ਥਾਂ, ਉਹ ਫਿਰ ਇੱਧਰ ਉੱਧਰ ਚਲੇ ਜਾਂਦੇ ਆ। ਤੇ ਇਹ ਜਿਹੜਾ ਸੀ ਨਾ ਜਾ ਕੇ ਗਰੀਬ ਲੋਕਾਂ ਵਿੱਚ ਸੱਜ ਵੱਜ ਕੇ ਜਾਂਦਾ ਸੀ। ਜਾਵੇ ਜਹਾਂ ਥਰਾਜੈ ਸੱਜ ਵੱਜ, ਗੁਲਾਬ ਦਾਸ ਜਿੱਥੇ ਜਾਂਦਾ ਸੱਜ ਵੱਜ ਕੇ ਬੈਠਦਾ। ਬਹੁ ਬਕ ਗਿਆਨ ਸੁਨੈ ਹੈ ਜੀ, ਬਹੁਤ ਬੋਲ ਬੋਲ ਕੇ ਚੰਗਾ ਗਿਆਨ ਸੁਣਾਉਂਦਾ ਸੀ। ਚਰਚਾ ਕਰੈ ਬਤਿੰਡੇ ਜਲਪਾ, ਇਸ ਤਰ੍ਹਾਂ ਦੀ ਚਰਚਾ, ਇੱਕ ਤਾਂ ਬਤੰਡਾਵਾਦ ਹੁੰਦਾ, ਇੱਕ ਜਲਪ ਵਾ। ਇੱਕ ਹੁੰਦਾ ਵੀ ਕਿਸੇ ਦੂਜੇ ਦਾ ਪੱਖ ਡੇਗਣਾ, ਛਲ ਕਪਟ ਈਰਖਾ ਹੱਠ ਨਾਲ, ਉਹਨੂੰ ਬਤੰਡਾਵਾਦ ਕਹਿੰਦੇ ਆ। ਤੇ ਦੂਜੀ ਜਲਪ ਹੁੰਦੀ ਹੈ ਚਰਚਾ, ਆਪਣੇ ਮਤ ਨੂੰ ਪੁਸ਼ਟ ਕਰਨ ਵਾਸਤੇ, ਭਾਵ ਸਹੀ ਸਿੱਧ ਕਰਨ ਵਾਸਤੇ ਦੂਜੇ ਦੀ ਦਲੀਲ ਨੂੰ ਰੱਦ ਕਰੀ ਜਾਣਾ। ਦੰਗੇ ਬਹੁ ਥਾਂ ਥੈ ਹੈ ਜੀ, ਇਸ ਤਰ੍ਹਾਂ ਬੜੀ ਜਗ੍ਹਾ ਤੇ ਝਗੜੇ ਵੀ ਕਰਦੇ ਸਨ। ਖੈ ਹੈ ਰੋਟੀ ਮੰਗ ਦੂਧ ਕ੍ਰਿਤ, ਰੋਟੀ ਇਹ ਮੰਗ ਕੇ ਦੁੱਧ ਘਿਓ ਵਗੈਰਾ ਮੰਗ ਕੇ ਖਾਂਦੇ। ਪਿੰਡੋ ਪਿੰਡ ਫਿਰੈ ਹੈ ਜੀ, ਤੇ ਪਿੰਡ ਪਿੰਡੇ ਗੁਲਾਬ ਦਾਸੀਏ ਫਿਰਦੇ ਸਨ। ਢੱਡ ਸਾਰੰਗੀ ਬਜਵੈ ਕੈ ਬਹੁ, ਢੱਡ ਸਰੰਗੀਆਂ ਬਜਾ ਕੇ ਬਹੁਤ। ਮਿਰਜ਼ਾ ਹੀਰ ਸੁਨੈ ਹੈ ਜੀ, ਤੇ ਲੋਕਾਂ ਨੂੰ ਮਿਰਜ਼ੇ ਦੇ ਹੀਰ ਦੇ ਕਿੱਸੇ ਸੁਣਾਉਣ ਲੱਗ ਗਏ। ਚੋਰ ਲਵਾਰ ਮਿਲੇ ਰਹਿ ਇਨ ਮੈਂ, ਕਹਿੰਦੇ ਜਿਹੜੇ ਚੋਰ ਲਵਾਰ ਬਕਵਾਦੀ ਹੁੰਦੇ ਆ ਉਹ ਇਹਨਾਂ ਦੇ ਵਿੱਚ ਇਹਨਾਂ ਨਾਲ ਹਮੇਸ਼ਾ ਇਕੱਠੇ ਹੋਏ ਰਹਿੰਦੇ। ਚੋਰੀ ਕਰ ਸੋ ਲਿਆਵੈ ਜੀ, ਤੇ ਚੋਰੀਆਂ ਕਰ ਕਰਕੇ ਵੀ ਲਿਆਉਂਦੇ ਸਨ। ਅਤਰ ਫੁਲੇਲ ਪੁਸ਼ਾਕੈ ਦਾਰੂ, ਕਿਉਂ ਅਤਰ ਫੁਲੇਲ ਚੱਲਦਾ, ਸੋਹਣੀਆਂ ਪੁਸ਼ਾਕਾਂ ਪਹਿਨਦੇ, ਦਾਰੂ ਸ਼ਰਾਬ ਪੀਂਦੇ। ਆਦਿਕ ਖਰਚ ਚਲਾਵੈ ਜੀ, ਇਹੋ ਜਿਹਾ ਖਰਚਾ ਹੋ ਰਿਹਾ ਇਹ ਕੰਮਾਂ ਨਾਲ ਚਲਾਉਂਦੇ ਸਨ। ਬੜੇ ਲੋਕ ਇਹੋ ਅਤ ਸਹਿ ਜਬ ਹੀ, ਜਦੋਂ ਫਿਰ ਇਸ ਤਰ੍ਹਾਂ ਦੇ ਲੋਕ ਗੁਲਾਬ ਦਾਸੀਏ ਬਹੁਤ ਵੱਧ ਗਏ। ਮੱਚ ਰੌਰ ਅਪਾਰੈ ਜੀ, ਤੇ ਬਹੁਤ ਜ਼ਿਆਦੇ ਰੌਲਾ ਮੱਚ ਗਿਆ। ਤਬ ਪਟਲੇਸ ਮਰਗੇਸ਼ ਨਰੇਂਦਰ, ਉਸ ਸਮੇਂ ਪਟਿਆਲੇ ਦਾ ਰਾਜਾ ਸੀ ਮਹਾਰਾਜਾ ਨਰਿੰਦਰ ਸਿੰਘ। ਨਰਿਪ ਭਰਪੂਰ ਉਦਾਰ ਹੈ ਜੀ, ਤੇ ਇੱਕ ਸੀ ਭਾਈ ਰਾਜਾ ਭਰਪੂਰ ਸਿੰਘ ਨਾਭੇ ਦਾ, ਚੰਗਾ ਰਾਜਾ। ਸ੍ਰੀ ਵਜੀਰ ਸਿੰਘ ਧਰਮਾਤਮ, ਤੇ ਇੱਕ ਸੀ ਮਹਾਰਾਜਾ ਫਰੀਦਕੋਟੀਆ ਸ੍ਰੀ ਵਜੀਰ ਸਿੰਘ, ਇਹ ਵੀ ਧਰਮਾਤਮਾ ਸੀ। ਔਰ ਸਰੂਪ ਮਰਗੇਸਾ ਜੀ, ਇੱਕ ਸੀ ਜੀਂਦ ਵਾਲਾ ਰਾਜਾ ਉਸ ਸਮੇਂ ਸਰੂਪ ਸਿੰਘ। ਇਹ ਚਾਰੇ ਜਾਣੇ ਆਦਿਕ ਰਾਜਗਾਨ ਸਰਦਾਰ ਹੈ। ਇਹੋ ਜੇ ਭਾਈ ਜਿਹੜੇ ਸੀਗੇ ਰਾਜਿਆਂ ਸਰਦਾਰਾਂ ਨੇ। ਪਕਰੇ ਇਹੋ ਬਸੇਸੈ ਜੀ, ਇਹਨਾਂ ਨੂੰ ਫਿਰ ਬਹੁਤ ਫੜਿਆ। ਇਹਨਾਂ ਰਾਜਿਆਂ ਨੇ ਆਰਡਰ ਕੀਤੇ ਕਿ ਇਹਨਾਂ ਲੋਕਾਂ ਨੂੰ ਫੜ ਲਓ। ਜੋ ਗੁਲਾਬ ਦਾਸੀਆ ਮੌਜੀ, ਇਹ ਫਿਰ ਆਪਣੇ ਆਪ ਨੂੰ ਗੁਲਾਬ ਦਾਸੀਏ ਮੌਜੀ ਕਹਾਉਂਦੇ ਸਨ। ਜਿਹੜਾ ਵੀ ਕੋਈ ਗੁਲਾਬ ਦਾਸੀਆ ਮੌਜੀ ਇਸ ਤਰ੍ਹਾਂ ਦਾ
ਆਪਣੇ ਆਪ ਨੂੰ ਕਹਾਉਂਦਾ ਸੀ, ਜਹਾਂ ਮਿਲਿਓ ਤਹਿ ਪਕੜਿਓ ਜੀ। ਜਿੱਥੇ ਮਿਲਿਆ ਉੱਥੇ ਹੀ ਇਨਾ ਫੜਿਆ, ਬਲਕੈ ਉਸੀ ਵਜ੍ਹਾ ਕੇ ਔਰੈ। ਸਗੋਂ ਉਸੇ ਤਰ੍ਹਾਂ ਦੇ ਜਿਹੜੇ ਹੋਰ ਵੀ ਸਨ, ਥੇ ਜੋ ਤਿਨੈ ਭੀ ਜਕਰਿਓ ਜੀ। ਜਿੰਨੇ ਵੀ ਸਨ ਉਹਨਾਂ ਨੂੰ ਵੀ ਚੰਗਾ ਜਕੜ ਲਿਆ, ਬੰਨ ਲਿਆ। ਤਿਉਂ ਹੀ ਅੰਗਰੇਜ਼ੀ ਇਲਾਕੇ ਮੈਂ, ਤਿਉਂ ਹੀ ਭਾਈ ਉਸੇ ਸਮੇਂ ਅੰਗਰੇਜ਼ਾਂ ਦੇ ਇਲਾਕੇ ਵਿੱਚ ਜ਼ਮਾਨਤਾਂ ਥਾਈ ਜੀ। ਫਿਰ ਜ਼ਿੰਮੇਵਾਰੀਆਂ ਹੋਈਆਂ, ਚੌਧਰੀਆਂ ਨੇ ਸਜ਼ਾ ਦਿਲਾਈ। ਫਿਰ ਜਿਹੜੇ ਚੌਧਰੀ ਸਨ ਉਹਨਾਂ ਨੇ ਇਹਨਾਂ ਨੂੰ ਸਜ਼ਾ ਦਵਾਈ। ਅਨਕ ਲੁੱਚਿਓ ਤਾਈ ਜੀ, ਕਹਿੰਦੇ ਅਨੇਕਾਂ ਇਹਨਾਂ ਜਿਹੜੇ ਲੁੱਚੇ ਲੋਕ ਸਨ ਇਹਨਾਂ ਦੇ ਤਾਈ ਇਹੋ ਜਿਹੀ ਇਹ ਸੰਪਰਦਾ ਗੁਲਾਬ ਦਾਸੀਆਂ ਦੀ ਚੱਲੀ। ਫਿਰ ਇਹਨਾਂ ਨੂੰ ਬੜੀਆਂ ਫੜ ਫੜ ਕੇ ਸਜ਼ਾਵਾਂ ਦਿੱਤੀਆਂ। ਤੇ ਬਾਕੀ ਜਿਹੜਾ ਹੈ ਉਹ ਆਪਾਂ ਕੱਲ ਅੱਗੇ ਇਤਿਹਾਸ ਪੜ੍ਹਾਂ ਸੁਣਾਂਗੇ। ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।